बिस्मिल्लाहिर्रहमानिर्रहीम। सोने मिठे प्यारिਆਂ ਨੂੰ ਸੋਹਣੇ ਬਲੀਆਰਾਂ ਨੂੰ ਤੇ ਸੋਹਣੇ ਪਿਸ਼ੋਰ ਦੀ ਬਹਾਰਾਂ ਨੂੰ आज ताहिरा रिफत ਦੀ तरफ से अस्सलामु अलैकुम। क्या हाल चाल है पिशोरियो? ठीक ठाक हो? खैर खैरियत है? वल जोड़ो तकड़े हो? जिधर जिधर मेरी आवाज़ सुनी ਜਾਂਦੀ ਪਈ ਹੈ जी उधर उधर सुनने वालिਆਂ ਨੂੰ ताहिरा रिफत ਦਾ ਪਿਆਰ ਭਰਾ ਸਲਾਮ। ਤੁਸੀਂ ਸੁਣਦੇ ਪਏ ਹੋ 89.4 ਸਾਡਾ ਜਿਹੜਾ ਵੇ ਸੁਣੋ FM ਦਾ ਪ੍ਰੋਗਰਾਮ ਹਿੰਕੋ ਦਾ ਸਪੈਸ਼ਲ ਪ੍ਰੋਗਰਾਮ। ਇਹਦੇ ਇਲਾਵਾ 96 ਦੇ ਉੱਤੇ ਵੀ ਆਪਣੀ ਫ੍ਰੀਕੁਐਂਸੀ ਸੈੱਟ ਕਰਕੇ ਤੁਸੀਂ ਸਾਡੇ ਨਾਲ ਜਿਹੜਾ ਵੇ ਉਹ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਇਸ ਦੇ ਇਲਾਵਾ ਜੀ ਤੁਸੀਂ ਲੋਕ ਆਪਣੇ ਦਿਲ ਦੀ ਗੱਲ ਅਗਰ ਕਰਨਾ ਚਾਹੁੰਦੇ ਹੋ ਤੇ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ। ਲੇਕਿਨ ਉਸ ਤੋਂ ਪਹਿਲੇ ਜੀ ਫਟਾਫਟ ਜਿਹੜਾ ਵੇ ਜਿਹੜੇ ਮੇਰੇ ਫੇਸਬੁੱਕ ਲਾਈਵ ਇਸ ਵਕਤ ਮੈਨੂੰ ਸੁਣਦੇ ਪਏ ਕਿਉਂਕਿ ਇਸ ਵਕਤ ਫੇਸਬੁੱਕ ਲਾਈਵ ਦਾ ਸੈਸ਼ਨ ਸਟਾਰਟ ਹੈ ਤੇ ਅਗਰ ਜਿਹੜੇ ਲੋਕ ਥਰੂ ਰੇਡੀਓ ਹਿੰਕੋ ਦਾ ਪ੍ਰੋਗਰਾਮ ਸੁਣਦੇ ਪਏ ਨੇ ਅਗਰ ਉਹ ਦੇਖਣਾ ਚਾਹੁੰਦੇ ਨੇ ਸਾਡਾ ਪ੍ਰੋਗਰਾਮ ਤੇ ਜੀ ਫੇਸਬੁੱਕ ਤੇ ਆ ਕੇ ਤੁਸੀਂ ਸਾਡਾ ਅਫੀਸ਼ੀਅਲ ਪੇਜ ਜਿਹੜਾ ਵੇ ਉਹਨੂੰ ਫੋਲੋ ਕਰਕੇ ਤੇ ਸਾਡਾ ਪ੍ਰੋਗਰਾਮ ਜਿਹੜਾ ਵੇ ਉਹ ਤਲੇ ਜਿਹੜਾ ਵੇ ਉਹ ਲਾਈਵ ਨਸ਼ਰ ਹੁੰਦਾ ਪਿਆ ਤੇ ਉਧਰ ਉਹਨੂੰ ਲਾਈਕ ਕਰੋ, ਪਿਆਰਾ ਜਿਹਾ ਇੱਕ ਕਮੈਂਟ ਕਰੋ ਤੇ ਉਹਨੂੰ ਸ਼ੇਅਰ ਕਰੋ ਤੇ ਜੀ ਆਪਣੀ ਰਾਏ ਜਿਹੜੀ ਹੈ ਜ਼ਰੂਰ ਦੇਣਾ ਕਿਉਂਕਿ ਤੁਹਾਡੀ ਰਾਏ ਮੇਰੇ ਸੇ ਬਹੁਤ ਹੀ ਮਾਇਨੇ ਰੱਖਦੀ ਹੈ। ਤੁਹਾਡੀ ਰਾਏ ਦੀ ਮਿਸਾਲ ਇਸ ਤਰ੍ਹਾਂ ਵੇ ਜਿਸ ਤਰ੍ਹਾਂ ਕੋਸੇ ਕਜ਼ਾ ਦੇ ਰੰਗ ਕਿਉਂਕਿ ਅਗਰ ਤੁਸੀਂ ਰਾਏ ਨਾ ਦੇਸੋ ਤੇ ਇੱਕ ਕੋਸੇ ਕਜ਼ਾ ਜਿਹੜਾ ਮੇਰਾ ਪ੍ਰੋਗਰਾਮ ਜਿਹੜਾ ਮੈਂ ਕਰਨੀ ਪਈ ਜਿਹਨੂੰ ਮੈਂ ਆਪਣੇ ਕੋਸੇ ਕਜ਼ਾ ਦੇ ਨਾਲ ਤਸ਼ਬੀਹ ਦੇਣੀ ਪਈ ਹਾਂ ਤੇ ਜੀ ਉਹਦੇ ਰੰਗ ਫਿੱਕੇ ਰਹਿਣ ਤੇ ਉਹ ਮਜ਼ਾ ਤਾਂ ਦੀ ਕਰਦੀ ਹੈ ਜਦੋਂ ਸਾਰੇ ਰੰਗ ਆਵਣ ਤੇ ਸਾਰਾ ਐਂਗਲ ਇੱਕ ਖੂਬਸੂਰਤ ਜਿਹਾ ਜਦੋਂ ਨਾ ਅੱਖੀਆਂ ਨੂੰ ਲੱਗਦਾ ਮਾਜ਼ਰਤ ਤੇ ਬੜਾ ਹੀ ਅੱਛਾ ਲੱਗਦਾ ਵੇ। ਖੈਰ ਜੀ ਇਹਦੇ ਇਲਾਵਾ ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ। ਮੈਸੇਜ ਕਰਨੇ ਐਸੇ KPK ਆਪਣਾ ਮੈਸੇਜ ਆਪਣਾ ਨਾਮ ਤੇ ਉਹਨੂੰ ਭੇਜ ਦਿਓ 888 ਦੇ ਉੱਤੇ ਤੇ ਅਗਰ ਤੁਸੀਂ ਸਾਡੇ ਨਾਲ ਡਾਇਰੈਕਟਲੀ ਫੋਨ ਤੇ ਕਾਲ ਕਰਨਾ ਚਾਹੁੰਦੇ ਹੋ ਤੇ ਜੀ ਉਹਦੇ ਸੇ ਵੀ ਅਸੀਂ ਹਾਜ਼ਰ ਹਾਂ। ਤੁਸੀਂ ਡਾਇਲ ਕਰ ਸਕਦੇ ਹੋ 091 ਜੋ ਕਿ ਪਿਸ਼ੋਰ ਦਾ ਏਰੀਆ ਕੋਡ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਡਾਇਲ ਕਰਨਾ ਵੇ 52544143 ਤੇ ਜੀ ਸਾਨੂੰ ਤੁਹਾਡੇ ਮੈਸੇजेस ਦਾ ਕਾਲਸ ਦਾ ਰਹਿਸੀ ਇੰਤਜ਼ਾਰ ਤੇ ਜੀ ਸੁਣੋ FM ਤੁਹਾਡੇ ਨਾਲ ਨਾਲ ਰਹਿਸੀ। ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਸਾਡਾ ਪਖਤੂਨਖਵਾ ਜਿਹਦਾ ਕਿ ਨਾਮ ਹੈ ਉਹ ਅਸੀਂ ਤੁਹਾਡੀ ਖਿਦਮਤ ਵਿੱਚ ਲੈ ਕੇ ਆਏ ਹਾਂ। ਅੱਜ ਦਾ ਬੜਾ ਹੀ ਇੰਟਰਸਟਿੰਗ ਟੌਪਿਕ ਲੇਕਿਨ ਜੀ ਜਿਨ੍ਹਾਂ ਦੀ ਅੱਜ ਬਰਥਡੇ ਜਾਂ ਪਿਛਲੇ ਹਫਤੇ ਗੁਜ਼ਰ ਚੁੱਕੀ ਹੈ ਆਉਣੇ ਵਾਲੇ ਹਫਤੇ ਵਿੱਚ ਹੋ ਸੀ ਉਹਨਾਂ ਨੂੰ ਕੈਸੀ ਆ ਹੈਪੀ ਬਰਥਡੇ ਟੂ ਯੂ, ਤੁਸੀਂ ਜੀਓ ਹਜ਼ਾਰੋਂ ਸਾਲ। ਤੇ ਜਿਨ੍ਹਾਂ ਦੀ ਇਹ ਵੈਲਡਿੰਗ ਐਨੀਵਰਸਰੀ ਉਹਨਾਂ ਨੂੰ ਵੀ ਕੈਸੀ ਆ ਕਿ ਤੁਸੀਂ ਵੀ ਖੁਸ਼ ਰਹੋ ਖੁਰਮ ਰਹੋ ਆਪਣੇ ਛੋਟੇ ਵਾਲੇ ਖੁਰਮ ਦੇ ਨਾਲ ਕਿਉਂਕਿ ਜੀ ਸ਼ਾਦੀ ਇੱਕ ਐਸਾ ਲੱਡੂ ਹੈ ਜਿਹੜਾ ਖਾਵੇ ਉਹ ਵੀ ਪਛਤਾਵੇ ਤੇ ਜਿਹੜਾ ਨਾ ਖਾਵੇ ਉਹ ਵੀ ਪਛਤਾਵੇ ਕਿਉਂਕਿ ਅੱਜ ਕੱਲ੍ਹ ਜੀ ਜਿਹੜਾ ਸ਼ਾਦੀਆਂ ਦੇ ਸੀਜ਼ਨ ਵੀ ਕਾਫੀ ਚੱਲਦੇ ਪਏ ਵੰਨਾ ਤੇ ਹਰ ਬੰਦਾ ਜਿਹੜਾ ਵੇ ਨਾ ਉਹ ਇਸ ਚੀਜ਼ ਦੇ ਵਿੱਚ ਕਰੇ ਕਿ ਕੀ ਪਤਾ ਮੈਨੂੰ ਵੀ ਕਿਧਰੇ ਕੋਈ ਅੱਛਾ ਰਿਸ਼ਤਾ ਮਿਲ ਜਾਵੇ ਤੇ ਮੈਂ ਵੀ ਕੋਈ ਸ਼ਾਦੀ ਵਾਦੀ ਖੜਕਾ ਹੀ ਦੇਵਾਂ। ਖੈਰ ਜੀ ਸ਼ਾਦੀਆਂ ਤੇ ਬਹੁਤ ਜ਼ਿਆਦਾ ਵਨ ਹਰ ਤਰਫ ਅਮਨ ਅਮਾਨ ਹੀ ਰਵੇ ਖੁਸ਼ੀਆਂ ਹੀ ਰਵਨ ਲੇਕਿਨ ਜੀ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਨਾ ਸ਼ਾਦੀਆਂ ਦੇ ਹਵਾਲੇ ਦੇ ਨਾਲੇ ਉਹ ਨਾ ਖਾਣੇ ਦੇ ਹਵਾਲੇ ਦੇ ਨਾਲੇ ਨਾ ਉਹ ਲਿਬਾਸ ਦੇ ਹਵਾਲੇ ਦੇ ਨਾਲੇ ਜਿਸ ਤਰ੍ਹਾਂ ਕਿ ਫੇਸਬੁੱਕ ਦੀ ਫੈਮਿਲੀ ਦੇਖਦੀ ਪਈ ਸੀ ਕਿ ਸਾਨੇ ਟਾਈਟਲ ਦੇ ਉੱਤੇ ਲਿਖਾ ਵੇ ਕਿ ਜੀ ਸਿਆਣਾ ਕੌਣ ਹੈ। ਸਾਡੇ ਮਾਸ਼ਰੇ ਦੇ ਵਿੱਚ ਇੱਕ ਇਹ ਬੜੀ ਬਹੁਤ ਵੱਡੀ ਬਹਿਸ ਹੈ ਨਾ ਕਿ ਤੁਸੀਂ ਅਗਰ ਫੈਮਿਲੀ ਦੇ ਵਿਚਕਾਰ ਹੋ ਯਾਨੀ ਘਰ 'ਚ ਹੋ ਜਾਂ ਫੈਮਿਲੀ ਦੇ ਵਿਚਕਾਰ ਆਪਣੇ ਕਜ਼ਨਸ ਵਗੈਰਾ ਬੈਠੇ ਹੋਏ ਨੇ ਜਾਂ ਦੋਸਤ ਦੋ ਬੈਠੇ ਹੋਏ ਨੇ ਜਾਂ ਆਫਿਸ ਦੇ ਵਿਚਕਾਰ ਕਲੀਗਸ ਬੈਠੇ ਹੋਏ ਨੇ ਇੱਕ ਇਹ ਬਹਿਸ ਜ਼ਰੂਰ ਹੁੰਦੀ ਹੈ ਕਿ ਬਈ ਕੌਣ ਜ਼ਿਆਦਾ ਸਮਝਦਾਰ ਹੈ ਮੈਂ यानी मर्द कैसी मैं या औरत कैसी मैं ਤੇ ਬਈ ਮੈਂ ਤੇ ਬੱਕਰੀ ਹੁੰਦੀ ਏ ਤੁਸੀਂ ਦੋਨੋਂ ਸਮਝਦਾਰ ਨਹੀਂ ਹੋ। ਸਮਝਦਾਰੀ ਦੇ ਅੱਜ ਜਿਹੜੇ ਉਹ ਕਹਿੰਦੇ ਨਾ ਗੁੱਥੀ ਉਹਨੂੰ ਅਸੀਂ ਸੁਲਝਾਸੀ ਹਾਂ। ਖੈਰ ਮੈਂ ਇੱਕ ਔਰਤ ਹੋਣੇ ਦੇ ਨਾਤੇ ਇਸ ਗੱਲ ਨੂੰ ਕਰ ਸਾਂ ਲੇਕਿਨ ਪ੍ਰੋਗਰਾਮ ਬੜਾ ਇੰਟਰਸਟਿੰਗ ਹੈ ਤੁਸੀਂ ਆਪਣੀ ਰਾਏ ਵੀ ਦੇ ਸਕਦੇ ਹੋ। ਇੱਕ ਸਵਾਲ ਵੀ ਮੈਂ ਤੁਹਾਡੇ ਸੇ ਛੋੜਨੀ ਪਈ ਹਾਂ ਕਿ ਤੁਸੀਂ ਮੈਨੂੰ ਆਪਣਾ ਫੀਡਬੈਕ ਦੇਵੋ ਕਿ ਆਇਆ ਕਿ ਔਰਤ ਜ਼ਿਆਦਾ ਸਮਝਦਾਰ ਹੈ ਜਾਂ ਮਰਦ ਜ਼ਿਆਦਾ ਸਮਝਦਾਰ ਹੈ। ਸਾਡੇ ਮਾਸ਼ਰੇ ਦੀ ਇੱਕ ਇਹ ਬਹੁਤ ਵੱਡੀ ਕਹਿ ਲਓ ਨਾ ਕਿ ਇੱਕ ਇਹ ਚੀਜ਼ ਜਿਹੜੀ ਹੈ ਨਾ ਇਨਸਾਨ ਨੂੰ ਨਫਸਿਆਤੀ ਤੌਰ ਤੇ ਵੀ ਥਕਾ ਦਿੰਦੀ ਹੈ। ਜਦੋਂ ਕੋਈ ਮਰਦ ਔਰਤ ਨੂੰ ਇਹ ਗੱਲ ਕਰਦਾ ਹੈ ਜਾਂ ਔਰਤ ਮਰਦ ਨੂੰ ਇਹ ਗੱਲ ਕਰਦੀ ਹੈ ਤੇ ਬੜੀ ਹੀ ਕਹਿ ਲਓ ਕਿ ਬਦਮਜ਼ਗੀ ਜੀ ਪੈਦਾ ਹੋ ਜਾਂਦੀ ਹੈ। ਕਿਤੇ ਦਫਾ ਅੱਛੇ ਦਿਲ ਬੁਰੇ ਹੋ ਜਾਂਦੇ ਨੇ ਲੇਕਿਨ ਇਹਦੇ ਇਲਾਵਾ ਅਸੀਂ ਲੋਕ ਇਹ ਨਹੀਂ ਦੇਖਦੇ ਆ ਕਿ ਇਸ ਕੰਮ ਦੇ ਕਰਨੇ ਦੇ ਨਾਲ ਸਾਡੇ ਕਿਤੇ ਜ਼ਿਆਦਾ ਜਿਹੜੇ ਰਿਸ਼ਤੇ ਵਨ ਪਿਆਰੇ ਰਿਸ਼ਤੇ ਵਨ ਉਹ ਸਾਡੇ ਹੱਥ ਚੋਂ ਚਲੇ ਜਾਂਦੇ ਕਿਉਂਕਿ ਕੁਝ ਲੋਕ ਬੜੇ ਜਜ਼ਬਾਤੀ ਹੁੰਦੇ ਵਨ ਉਸ ਚੀਜ਼ ਨੂੰ ਬਿਲਕੁਲ ਬਰਦਾਸ਼ਤ ਹੀ ਨਹੀਂ ਕਰ ਸਕਦੇ ਕਿ ਸਾਨੂੰ ਕੋਈ ਕਮਤਰ ਜਾਣੇ ਉਹ ਆਪਣੇ ਆਪ ਨੂੰ ਬਰਤਰੀ ਦੀ ਸੀਟ ਦੇ ਉੱਤੇ ਹੀ ਰੱਖਦੇ ਵਨ। ਤੇ ਅੱਜ ਅਸੀਂ ਉਹਦੇ ਉੱਤੇ ਗੱਲ ਕਰ ਸੀ ਹਾਂ। ਖੈਰ ਜੀ ਗੱਲ ਕਰ ਸੀ ਹਾਂ ਲੇਕਿਨ ਤੁਸੀਂ ਜਿਹੜਾ ਵੇ ਸਾਨੂੰ ਆਪਣੀ ਰਾਏ ਦੇ ਸੋ KPK ਆਪਣਾ ਮੈਸੇਜ ਤੇ ਆਪਣਾ ਨਾਮ ਪਿਆਰਾ ਜਿਹਾ ਤੇ ਉਹਨੂੰ ਭੇਜ ਦੇ ਸੋ 888 ਦੇ ਉੱਤੇ ਕਾਲ ਕਰਨੀ ਐਸੇ 52544143 ਤੇ ਜੀ ਤਾਹਿਰਾ ਰਿਫਤ ਦਾ ਸਾਥ ਰਸੀ ਠੀਕ ਹੋਣ ਸੀ ਲੈ ਕੇ
4 ਵਜੇ ਤੱਕ। ਤੇ ਜੀ ਥੋੜ੍ਹੀ ਦੇਰ ਦਾ ਯਾਨੀ ਸਾਡਾ ਫੇਸਬੁੱਕ ਸੈਸ਼ਨ ਹੈ, ਇਸ ਸੈਸ਼ਨ ਦੇ ਉੱਤੇ ਤੁਸੀਂ ਆ ਕੇ ਜਿਹੜਾ ਵੇ ਆਪਣੀ ਦਿਲ ਦੀ ਗੱਲ ਕਰ ਸਕਦੇ ਹੋ। ਅੱਛਾ, ਕੁਛ ਲੋਕ ਕਹਿੰਦੇ ਹਨ ਕਿ ਮਰਦ ਬਹੁਤ ਸਮਝਦਾਰ ਹਨ, ਕੁਛ ਲੋਕ ਕਹਿੰਦੇ ਨੇ ਔਰਤਾਂ ਜਿਹੜੀਆਂ ਨਾ ਬੜੀਆਂ ਕਮਜ਼ੋਰ ਹਨ, ਔਰਤਾਂ ਨੂੰ ਮਣਾ ਕਿਸੇ ਚੀਜ਼ ਦੀ ਸਮਝ ਨਹੀਂ ਆਉਂਦੀ, ਮਣਾ ਚੱਲੀਆਂ ਮਾਰਦੀਆਂ ਰਹਿੰਦੀਆਂ ਹਰ ਵਕਤ। ਅੱਛਾ, ਫਜ਼ੂਲ ਖਰਚ ਦੀ ਸਟੈਂਪ ਬਹੁਤ ਜ਼ਿਆਦਾ ਔਰਤਾਂ ਦੇ ਉੱਤੇ ਤੁਹਾਨੂੰ ਦੇਖਣੇ ਨੂੰ ਮਿਲ ਸੀ। ਲੋਕ ਕਹਿੰਦੇ ਨੇ ਔਰਤਾਂ ਬੜੀ ਫਜ਼ੂਲ ਖਰਚ ਹੁੰਦੀਆਂ ਹਨ। ਕੁਛ ਲੋਕ ਕਹਿੰਦੇ ਨੇ ਕਿ ਔਰਤਾਂ ਬਹੁਤ ਜ਼ਿਆਦਾ ਬੋਲਦੀਆਂ ਹਨ, ਉਹ ਜ਼ੁਬਾਨ ਦਰਾਜ਼ੀ ਇਤਨੀ ਜ਼ਿਆਦਾ ਉਹਨਾਂ ਦੀ ਲੰਬੀ ਹੋ ਜਾਂਦੀ ਹੈ ਕਿ ਫਿਰ ਉਹ ਝਗੜਾ ਜਿਹੜਾ ਵੇ ਨਾ ਉਹ ਬਹੁਤ ਤੂਲ ਪਕੜ ਲੈਂਦਾ ਵੇ। ਲੇਕਿਨ ਜੀ ਅਗਰ ਤੁਸੀਂ ਵੱਡੇ ਵੱਡੇ ਲੋਕਾਂ ਦੀ ਵੀ ਗੱਲਾਂ ਸੁਣੋ ਨਾ, ਤੇ ਉਹਨਾਂ ਗੱਲਾਂ ਦੇ ਵਿਚਕਾਰ ਤੁਹਾਨੂੰ ਜਿਹੜਾ ਵੇ ਨਾ ਬਹੁਤ ਜ਼ਿਆਦਾ ਸਮਝਦਾਰੀ ਨਜ਼ਰ ਆ ਸੀ। ਅਸੀਂ ਅਗਰ ਥੋੜਾ ਜਿਹਾ ਪਿੱਛੇ ਵਾਲੇ ਸਾਈਡ ਤੇ ਚਲੇ ਜਾਈਆਂ, ਮਤਲਬ ਪਿਛਲੇ ਦੌਰ 'ਚ ਚਲੇ ਜਾਈਆਂ, ਤੇ ਦੇਖੋ ਕਿ ਸਾਡੀਆਂ ਮਾਵਾਂ ਜਿਹੜੀਆਂ ਆਈਆਂ ਉਹ ਕੁਝ ਇਤਨੀ ਜ਼ਿਆਦਾ ਪੜ੍ਹੀ ਲਿਖੀਆਂ ਨਹੀਂ ਆਈਆਂ। ਜਿਹੜੇ ਸਾਡੇ ਵਾਲਿਦ ਹੈ ਉਹ ਵੀ ਮਤਲਬ ਮਰਦ ਜ਼ਿਆਦਾ ਉਸ ਵਕਤ ਤਾਲੀਮ ਹਾਸਿਲ ਕਰਦੇ ਔਰਤਾਂ ਦੀ ਨਿਸਬਤ, ਲੇਕਿਨ ਇਹ ਕਿ ਬੱਚਿਆਂ ਦੇ ਸਾਹਮਣੇ ਗੱਲ ਕਰਨੇ ਦੇ ਜਿਹੜੇ ਤਰੀਕੇਕਾਰ ਹੈ ਨਾ ਉਹ ਬੜਾ ਹੀ ਮਤਲਬ ਉਸਦਾ ਖਿਆਲ ਰੱਖਿਆ ਜਾਂਦਾ ਆ। ਕੋਈ ਐਸੀ ਵੈਸੀ ਗੱਲ ਬੱਚਿਆਂ ਦੇ ਸਾਹਮਣੇ ਨਹੀਂ ਕੀਤੀ ਜਾਂਦੀ ਹੁੰਦੀ। ਲੇਕਿਨ ਅੱਜ ਕੱਲ ਦੇ ਦੌਰ ਦੀ ਅਗਰ ਅਸੀਂ ਗੱਲ ਕਰੀਏ, ਦੌਰ ਵੈਸੇ ਉਹੀ ਹੈ ਲੇਕਿਨ ਲੋਕ ਬਦਲ ਜਾਂਦੇ ਨੇ। ਇਹ ਵੀ ਇੱਕ ਬੜੀ ਇੱਕ ਮਿਥ ਹੈ ਨਾ, ਲੋਕ ਕਹਿੰਦੇ ਨੇ ਕਿ ਬੜਾ ਵਕਤ ਬਦਲ ਗਿਆ। ਵਕਤ ਨਹੀਂ ਬਦਲਦਾ, ਵਕਤ ਉਹੀ ਹੈ, ਉਹੀ ਤੁਹਾਡੀ ਘੜੀ ਹੈ, ਉਹੀ ਤੁਹਾਡੀ ਘੜੀ ਦੀ ਸੂਈਆਂ, ਉਹੀ ਟਿਕ ਟਿਕ ਦੀ ਆਵਾਜ਼ ਹੈ। ਹਾਂ, ਥੋੜਾ ਘੜੀ ਦਾ ਸਟਾਈਲ ਚੇਂਜ ਹੋ ਗਿਆ, ਲੇਕਿਨ ਵਕਤ ਦੀ ਜਿਹੜੀ ਵੈਲਿਊ ਹੈ ਨਾ ਉਹ ਉसी ਰਫਤਾਰ ਦੇ ਨਾਲ ਜਾਂਦੀ ਪਈ ਹੈ। ਲੇਕਿਨ ਇਹ ਕਿ ਇਨਸਾਨ ਬਦਲ ਗਏ, ਜ਼ਹਿਨ ਬਦਲ ਗਏ, ਜਗਾਵਾਂ ਵੀ ਉਹੀ ਹਨ, ਸਭ ਕੁਝ ਉਹੀ ਹੈ। ਉਹੀ ਪਿਸ਼ੋਰ ਹੈ, ਉਹੀ ਲਾਹੌਰ ਹੈ, ਉਹੀ ਫੈਸਲਾਬਾਦ ਹੋ ਸੀ, ਉਹੀ ਕਰਾਚੀ ਹੋ ਸੀ, ਉਹੀ ਪਿੰਡੀ ਹੋ ਸੀ, ਉਹੀ ਅਮਰੀਕਾ ਹੋ ਸੀ, ਉਹੀ ਚੀਨ ਹੋ ਸੀ। ਲੇਕਿਨ ਇਹ ਕਿ ਲੋਕਾਂ ਦੀ ਸੋਚ ਜਿਹੜੀ ਹੈ ਨਾ ਉਹ ਬਦਲ ਗਈ ਹੈ। ਤੇ ਸਾਨੇ ਜਿਹੜਾ ਵੇ ਲੋਕ ਕਹਿੰਦੇ ਨਾ ਕਿ ਚੰਦ ਤੇ ਪਹੁੰਚ ਗਏ, ਲੇਕਿਨ ਅਸੀਂ ਜਿਹੜੇ ਆ ਨਾ ਉसी ਵਕਤ ਇਸ ਵਕਤ ਉसी ਸੋਚ ਨੂੰ ਇਹ ਨਾ ਬਚਕਾਨਾ ਗੱਲਾਂ ਲੈ ਕੇ ਅਸੀਂ ਬੈਠੇ ਹੋਏ ਆ। ਤੇ ਆਪਣਾ ਫੀਡਬੈਕ ਸਾਨੂੰ ਜ਼ਰੂਰ ਦੇਣਾ। ਮੈਨੂੰ ਅੱਜ ਤੁਸੀਂ ਸਾਨੂੰ ਜ਼ਰੂਰ ਬਤਾਣਾ ਵੇ ਕਿ ਤੁਸੀਂ ਬਤਾਓ ਕਿ ਆਇਆ ਕਿ ਤੁਹਾਡੇ ਘਰ ਜਾਂ ਤੁਹਾਡੇ ਇਰਦ ਗਿਰਦ ਇਹ ਬਹਿਸ ਹੈ ਕਿ ਮਰਦ ਜ਼ਿਆਦਾ ਸਮਝਦਾਰ ਹੈ ਜਾਂ ਔਰਤ, ਜਾਂ ਜਿਹੜਾ ਵੇ ਤੁਹਾਨੇ ਕਦੀ ਇਸ ਚੀਜ਼ ਨੂੰ ਫੇਸ ਕੀਤਾ ਹੈ? ਤੁਹਾਡੀ ਆਪਣੀ ਜ਼ਾਤੀ ਰਾਏ ਕੀ ਵੇ? ਤੁਸੀਂ ਕੀ ਸਮਝਦੇ ਹੋ ਕਿ ਮਰਦ ਜ਼ਿਆਦਾ ਸਮਝਦਾਰ ਹੈ ਕਿ ਔਰਤ ਜ਼ਿਆਦਾ ਸਮਝਦਾਰ ਹੈ? ਮੈਂ ਇਧਰ ਛੋਟੀ ਜੀ ਗੱਲ ਸ਼ੁਰੂ ਕਰਸਾਂ। ਬੀਇੰਗ ਅ ਫੀਮੇਲ, ਮੈਂ ਆਪਣੀ ਭੈਣਾਂ ਨਾਲ ਇਹ ਗੱਲ ਕਰਨਾ ਚਾਹਸਾਂ ਕਿ ਭਈ ਮਰਦ ਜਿਹੜੇ ਵਨ ਨਾ ਉਹ ਮੈਂ ਸਮਝਦੀ ਹਾਂ ਕਿ ਥੋੜਾ ਜਿਹਾ ਉਹਨਾਂ ਨੂੰ ਅੱਲਾਹ ਤਾਲਾ ਨੇ ਨਾ ਵੈਸੇ ਅੱਲਾਹ ਤਾਲਾ ਨੇ ਦੇਖੋ ਹਰ ਇੱਕ ਚੀਜ਼ ਦੇ ਵਿਚਕਾਰ ਇਕੁਐਲਿਟੀ ਰੱਖੀ ਹੈ, ਬਰਾਬਰੀ, ਮਸਾਵਾਤ। ਦੇਖੋ ਸਾਨੂੰ ਇਸਲਾਮ ਮਸਾਵਾਤ ਦਾ ਵੀ ਦਰਸ ਦਿੰਦਾ ਹੈ, ਲੇਕਿਨ ਸਾਨੂੰ ਸਮਝਣੇ ਦੀ ਜ਼ਰੂਰਤ ਹੈ ਕਿ ਭਈ ਕਿਧਰ ਕਿ ਕਿਸ ਦੀ ਡਿਊਟੀ ਹੈ। ਮਤਲਬ ਕੌਣ ਬੰਦਾ ਕਿਤਨੇ ਅੱਛੇ ਤਰੀਕੇ ਤੇ ਆਪਣੀ ਡਿਊਟੀ ਨੂੰ ਜਿਹੜਾ ਵੇ ਉਹ ਸਰ ਅੰਜਾਮ ਦਿੰਦਾ ਪਿਆ। ਸਾਡੇ ਨਾਲ ਇੱਕ ਕਾਲਰ ਹਨ, ਅਸੀਂ ਕਾਲ ਲੈਣੇ ਆ ਤੇ ਉਹਨਾਂ ਨੂੰ ਸ਼ਾਮਿਲ ਕਰਨੇ ਆ ਪ੍ਰੋਗਰਾਮ ਦੇ ਵਿਚਕਾਰ ਕਿ ਉਹ ਕੀ ਕਹਿੰਦੇ ਨੇ। अस्सलाम वालेकुम, अस्सलाम वालेकुम। ਓਕੇ, ਮੇਰਾ ਖਿਆਲ ਹੈ ਕਿ ਕਾਲ ਡ੍ਰੌਪ ਹੋ ਗਈ ਹੈ। ਦੁਬਾਰਾ ਤੁਸੀਂ ਕੋਸ਼ਿਸ਼ ਕਰੋ। ਮੈਂ ਗੱਲ ਵੀ ਕਰਨੀ ਪਈ ਹੈ ਕਿ ਸਾਨੂੰ ਦੇਖਣੇ ਦੀ ਜ਼ਰੂਰਤ ਹੈ ਕਿ ਭਈ ਕੌਣ ਜ਼ਿਆਦਾ ਹੋਵੇ। ਅੱਛਾ, ਮਰਦਾਂ ਦੀ ਗੱਲ ਮੈਂ ਕਰਨੀ ਪਈ ਹਾਂ ਕਿ ਮਰਦ ਜਿਹੜੇ ਵੰਨਾ ਮੈਂ ਪਰਸਨਲੀ ਸਮਝਦੀ ਹਾਂ ਕਿ ਉਹਨਾਂ ਦੀ ਹਿੰਮਤ, ਔਰਤਾਂ ਦੇ ਹਿੰਮਤ ਦੀ ਗੱਲ ਮੈਂ ਕਰਨੀ ਪਈ ਹਾਂ। ਇੱਧਰ ਮੈਂ ਅਕਲਮੰਦੀ ਦੀ ਗੱਲ ਨਹੀਂ ਵੀ ਕਰਦੀ ਪਈ ਕਿ ਮਰਦਾਂ ਦੀ ਹਿੰਮਤ ਔਰਤਾਂ ਸੀ ਕਈ ਗੁਣਾ ਜ਼ਿਆਦਾ ਹੁੰਦੀ ਹੈ। ਉਹਦੀ ਮੈਂ ਇੱਕ ਛੋਟੀ ਜੀ ਮਿਸਾਲ ਇਹ ਦੱਸਾਂ ਕਿ ਦੇਖੋ ਜਦੋਂ ਤੁਹਾਡੇ ਇਰਦ ਗਿਰਦ ਕੋਈ ਐਸਾ ਖੁਸ਼ੀ ਦਾ ਮਾਹੌਲ ਹੁੰਦਾ ਹੈ ਜਾਂ ਗਮ ਦਾ ਮਾਹੌਲ ਹੁੰਦਾ ਹੈ ਤੇ ਜ਼ਿਆਦਾਤਰ ਜ਼ਿੰਮੇਦਾਰੀਆਂ ਮਰਦ ਦੇ ਕੰਧੇ ਦੇ ਉੱਤੇ ਹੁੰਦੀਆਂ ਹਨ। ਯਾਨੀ ਅਗਰ ਦੇਖੋ ਇੱਕ ਘਰ ਦੇ ਵਿਚਕਾਰ ਖੁਦਾ ਨਾ ਖਾਸਤਾ ਕੋਈ ਫੌਤਗੀ ਹੋ ਗਈ ਹੈ, ਕੋਈ ਬੱਚਾ ਫੌਤ ਹੋ ਗਿਆ ਹੈ, ਕੋਈ ਔਰਤ ਹੈ, ਕੋਈ ਮਰਦ ਹੈ, ਕੁਝ ਵੀ, ਤੇ ਉਹਨੂੰ ਜਿਹੜਾ ਦਫਨਾਣੇ ਦੀ ਜ਼ਿੰਮੇਦਾਰੀ ਹੈ ਉਹ ਸਭ ਤੋਂ ਜ਼ਿਆਦਾ ਦੇਖੋ ਔਰਤ ਤੇ ਨਹੀਂ ਜਾ ਕੇ ਦਫਨਾਉਂਦੀ ਨਾ, ਔਰਤ ਤੇ ਗਮ ਕਰਦੀ ਪਈ ਹੁੰਦੀ ਹੈ। ਔਰਤ ਉਸ ਵਕਤ ਘਰ ਦੇ ਵਿਚਕਾਰ ਬਹੁਤ ਸਾਰੇ ਮਹਿਮਾਨ ਆਏ ਹੁੰਦੇ ਨੇ, ਉਹਨਾਂ ਨਾਲ ਮਿਲਣਾ, ਉਹਨੂੰ ਔਰਤ ਨੂੰ ਹੀ ਦਿਲਾਸਾ ਦਿੱਤਾ ਜਾਂਦਾ ਪਿਆ ਹੁੰਦਾ ਹੈ। ਹਾਲਾਂਕਿ ਉਹ ਜਿਹੜਾ ਪਿਆਰਾ ਘਰ ਸੀ ਚਲਾ ਗਿਆ ਵੇ, ਉਹ ਉਤਨਾ ਪਿਆਰਾ ਉਸ ਮਰਦ ਦਾ ਵੀ ਆਇਆ। ਇਸੇ ਤਰ੍ਹਾਂ ਹੀ ਹੈ ਨਾ, ਅਗਰ ਤੁਸੀਂ ਮੇਰੀ ਗੱਲ ਸੀ ਐਗਰੀ ਕਰਦੇ ਹੋ। ਲੇਕਿਨ ਔਰਤ ਨੂੰ ਜ਼ਿਆਦਾ ਤਸੱਲੀ ਦਿੱਤੀ ਜਾਂਦੀ ਹੈ ਕਿ ਭਈ
ਰੋਂਦੀ ਵੀ ਏ, ਉਹ ਕਰਾਂਦੀ ਵੀ ਏ ਉਸਦੀ ਜੁਦਾਈ ਦੇ ਵਿਚਕਾਰ। ਲੇਕਿਨ ਜਿਸ ਤਰ੍ਹਾਂ ਹੀ ਜਨਾਜ਼ਾ ਜਾਂਦਾ ਵੇ ਤੇ ਦਫਨਾਣੇ ਦਾ ਵਕਤ ਆਂਦਾ ਵੇ ਤੇ ਉਹ ਮਰਦ, ਉਸ ਮਰਦ ਦੇ ਦਿਲ ਕੋਲੋਂ ਪੁੱਛੋ ਕਿ ਉਹ ਕਿਸ ਤਰੀਕੇ ਤੇ ਆਪਣੀ ਇੱਕ ਮਾਂ, ਬਾਪ, ਭੈਣ, ਭਰਾ ਜਾਂ ਔਲਾਦ ਜਾਂ ਬੀਵੀ ਕਿਸ ਤਰੀਕੇ ਤੇ ਉਸਦਾ ਜਨਾਜ਼ਾ ਚੁੱਕ ਕੇ ਜਾਂਦਾ ਵੇ ਤੇ ਉਹਨੂੰ ਆਪਣੇ ਹੱਥਾਂ ਦੇ ਨਾਲ ਹੀ ਕਬਰ ਦੇ ਵਿਚਕਾਰ, ਲਾਹਦ ਦੇ ਵਿਚਕਾਰ ਉਤਾਰਦਾ ਵੇ ਤੇ ਬਾਅਦ ਉਹਦੇ ਉੱਤੇ ਤਖਤੇ ਲਗਾ ਕੇ ਮਿੱਟੀ ਪਾਉਂਦਾ ਵੇ। ਮੈਂ ਸਮਝਦੀ ਹਾਂ ਕਿ ਇਹ ਦੁਨੀਆ ਦਾ ਸਭ ਤੋਂ ਮੁਸ਼ਕਿਲ ਤਰੀਨ ਕੰਮ ਹੈ ਕਿ ਤੁਸੀਂ ਆਪਣੇ ਹੀ ਪਿਆਰੇ ਨੂੰ, ਜਿਹੜਾ ਤੁਹਾਡੇ ਨਾਲ ਸਾਰਾ ਟਾਈਮ ਗੁਜ਼ਾਰਦਾ ਵੇ, ਹੱਸਦਾ ਹੈ, ਖੇਡਦਾ ਹੈ, ਦੁੱਖ ਸੁੱਖ ਦਾ ਸਾਥੀ, ਗਪਸ਼ਪ ਹੁੰਦੀ ਏ, ਔਲਾਦ ਹੈ ਤੇ ਪਿਆਰ ਮਿਲਦਾ ਹੈ, ਉਹਨੂੰ ਪਿਆਰ ਤੁਸੀਂ ਦਿੰਦੇ ਹੋ, ਲਾਡ ਲਡਾਉਂਦੇ ਹੋ, ਲੇਕਿਨ ਇਸ ਸਿਚੁਏਸ਼ਨ ਵਿੱਚ ਆ ਕੇ ਤੁਸੀਂ ਆਪਣੇ ਹੱਥਾਂ ਦੇ ਨਾਲ ਉਹਨੂੰ ਦਫਨ ਕਰਦੇ ਹੋ। ਤੇ ਮੈਂ ਸਮਝਦੀ ਹਾਂ ਇਧਰ ਔਰਤਾਂ ਨੂੰ ਥੋੜਾ ਜਿਹਾ ਆਪਣੀ ਉਸ ਅਕਲ ਨੂੰ ਜਿਹੜਾ ਨਾ ਥੋੜਾ ਜਿਹਾ ਫਰੈਸ਼ ਕਰਨੇ ਦੀ ਜ਼ਰੂਰਤ ਹੈ ਕਿ ਦੇਖੋ ਅਸੀਂ ਸਭ ਸਮਝਦਾਰ ਹਾਂ, ਮਰਦ ਵੀ ਸਮਝਦਾਰ ਹੈ, ਔਰਤ ਵੀ ਸਮਝਦਾਰ ਹੈ, ਲੇਕਿਨ ਇਹ ਦੇਖੋ ਕਿ ਕੌਣ ਆਪਣੀ ਸਮਝਦਾਰੀ ਨੂੰ ਕਿਸ ਤਰੀਕੇ ਤੇ ਇਸਤੇਮਾਲ ਕਰਦਾ ਵੇ, ਕਿਸ ਮੌਕੇ ਤੇ ਕਿਸ ਤਰੀਕੇ ਤੇ ਉਹ ਗੱਲ ਕਰਦਾ ਵੇ। ਤੇ ਅਗਰ ਅਸੀਂ ਇਸ ਸਮਝਦਾਰੀ ਨੂੰ ਸਮਝ ਲਈਆਂ ਤੇ ਇਹ ਮਾਸ਼ਰੇ ਦੇ ਵਿਚਕਾਰ ਇਹ ਬਹਿਸ ਹੀ ਨਾ ਹੋਵੇ। ਇਹਦੇ ਵਿਚਕਾਰ ਤਾਲੀਮ ਦਾ ਬਹੁਤ ਵੱਡਾ ਕਿਰਦਾਰ ਹੈ। ਅਗਰ ਇਨਸਾਨ ਤਾਲੀਮ ਯਾਫਤਾ ਹੋਵੇ, ਘਰ ਦੇ ਵਿਚਕਾਰ ਇੱਕ ਅੱਛੀ ਔਰਤ ਨੇ ਇੱਕ ਅੱਛੇ ਬੱਚੇ ਦਾ ਸਲੀਕਾ, ਉਹਦੀ ਤਰਬੀਅਤ ਕੀਤੀ ਹੋਵੇ ਤੇ ਮੇਰਾ ਖਿਆਲ ਹੈ ਉਹ ਮਾਸ਼ਰੇ ਦੇ ਵਿਚਕਾਰ ਬੜੇ ਹੀ ਪੋਜ਼ਿਟਿਵਿਟੀ ਜਿਹੜੀ ਹੈ ਉਹ ਹਰ ਤਰਫ ਫੈਲਾਸੀ। ਲੇਕਿਨ ਅਗਰ ਨਿਸਬਤਨ ਇੱਕ ਥੋੜੀ ਜੀ ਮੈਂਟਲ ਹੈਲਥ ਜਿਹਦੀ ਮੈਂ ਕਹਿਸਾਂ ਕਿ ਸਟਰੋਂਗ ਨਹੀਂ ਗਈ ਜਿਸ ਔਰਤ ਦੀ, ਤੇ ਉਹ ਤਰਬੀਅਤ ਕਰਦੀ ਪਈ ਹੈ। ਅੱਛਾ, ਲੋਕ ਇਧਰ ਕਹਿੰਦੇ ਨੇ ਕਿ ਤਰਬੀਅਤ ਔਰਤ ਦਾ ਹੀ ਫਰਜ਼ ਹੈ ਨਾ, ਮਰਦ ਔਰਤ ਦੋਨੋਂ ਤਰਬੀਅਤ ਕਰਦੇ ਨੇ, ਲੇਕਿਨ ਔਰਤ ਦਾ ਅਮਲ ਦਖਲ ਜ਼ਿਆਦਾ ਹੁੰਦਾ ਹੈ। ਕਿਉਂ? ਕਿਉਂਕਿ ਬੱਚਾ ਔਰਤ ਦੇ ਨਾਲ ਜ਼ਿਆਦਾ ਟਾਈਮ ਸਪੈਂਡ ਕਰਦਾ ਹੈ। ਮਾਂ ਦੀ ਗੋਦੀ ਜਿਹੜੀ ਹੈ ਉਹ ਔਲਾਦ ਦੀ ਪਹਿਲੀ ਦਰਸਗਾਹ ਵੇ, ਯਾਨੀ ਕਿ ਮਾਂ ਜ਼ਾਹਿਰੀ ਗੱਲ ਹੈ 9 ਮਹੀਨੇ ਬੱਚੇ ਨੂੰ ਉਹ ਪੈਦਾ ਕਰਨੇ ਸੀ ਪਹਿਲੇ ਆਪਣੇ ਪੇਟ ਵਿੱਚ ਰੱਖਦੀ ਹੈ, ਫਿਰ ਪੈਦਾ ਕਰਦੀ ਹੈ, ਫਿਰ ਉਹਦੀ ਪਰਵਰਿਸ਼ ਕਰਦੀ ਹੈ। 3 ਸੀ 4 ਸਾਲ ਤੱਕ, 5 ਸਾਲ ਤੱਕ ਔਰਤ ਦੇ ਨਾਲ ਬੱਚਾ ਜ਼ਿਆਦਾ ਅਟੈਚ ਹੁੰਦਾ ਹੈ, ਕਿਉਂਕਿ ਜਿਹੜਾ ਕੰਮ ਮਰਦ ਘਰ ਸੀ 8-10 ਘੰਟੇ ਅਗਰ ਬਾਹਰ ਹੈ ਤੇ ਉਹ ਘੰਟੇ ਵੀ ਤੁਸੀਂ ਕਾਊਂਟ ਕਰੋ ਤੇ ਉਹ ਬੱਚਾ ਮਾਂ ਦੇ ਨਾਲ ਹੀ ਸਪੈਂਡ ਕਰਦਾ ਵੇ। ਲੇਕਿਨ ਅਸੀਂ ਲੋਕ ਜਿਹੜੇ ਆ ਅਸੀਂ ਲੋਕ ਮਤਲਬ ਮਾਵਾਂ ਜਿਹੜੀਆਂ ਨਾ, ਅਗਰ ਉਹ ਇਸ ਚੀਜ਼ ਨੂੰ ਨਹੀਂ ਨੋਟ ਕਰਦੀਆਂ ਕਿ ਭਈ ਮੈਂ ਜਿਹੜਾ ਵਾਂ ਇੱਕ ਟੈਲੀਵਿਜ਼ਨ ਆ, ਮੈਂ ਇੱਕ ਸਕਰੀਨ ਆ, ਜੋ ਬੱਚਾ ਮੈਨੂੰ ਦੇਖਦਾ ਪਿਆ ਬੱਚਾ ਉਹ ਚੀਜ਼ ਅਡਾਪਟ ਕਰਦਾ ਪਿਆ। ਮੈਂ ਸਮਝਦੀ ਹਾਂ ਕਿ ਉਸ ਚੀਜ਼ ਦੇ ਵਿਚਕਾਰ, ਉਸ ਵਕਤ ਦੇ ਵਿਚਕਾਰ ਅਗਰ ਤੁਸੀਂ ਜਿਹੜਾ ਵੇ ਨਾ ਆਪਣੇ ਬੱਚੇ ਨੂੰ ਅੱਛੇ ਤਰੀਕੇ ਤੇ ਉਹਦੀ ਗਰੂਮਿੰਗ ਕਰਦੇ ਹੋ, ਅੱਛੇ ਤਰੀਕੇ ਤੇ ਆਪਣੇ ਆਪ ਨੂੰ ਪੋਜ਼ਿਟਿਵ ਪ੍ਰੈਜ਼ੈਂਟ ਕਰਦੇ ਹੋ ਤੇ ਬੱਚਾ ਅੱਛੇ ਤਰੀਕੇ ਤੇ ਤੁਹਾਨੂੰ ਅਬਜ਼ਰਵ ਕਰ ਸੀ, ਤੁਹਾਡੇ ਕੋਲੋਂ ਪੋਜ਼ਿਟਿਵਿਟੀ ਲੈ ਸੀ, ਤੁਹਾਡੀ ਅੱਛੀ ਚੀਜ਼ਾਂ ਜਿਹੜੀਆਂ ਨਾ ਉਹ ਅਡਾਪਟ ਕਰ ਸੀ। ਤੇ ਇਹ ਮੇਰਾ ਮੰਨਣਾ ਵੇ। ਬਾਕੀ ਜਿਹੜਾ ਵੇ ਤੁਸੀਂ ਆਪਣੀ ਰਾਏ ਇਸ ਦੇ ਬਾਰੇ ਦੇ ਵਿੱਚ ਕਰਕੇ ਦਿੰਦੇ ਹੋ, ਮੈਨੂੰ ਆਪਣਾ ਜਿਹੜਾ ਵੇ ਉਹ ਫੀਡਬੈਕ ਜ਼ਰੂਰ ਦਿਓ। ਤੁਸੀਂ ਸੁਣਦੇ ਪਏ ਹੋ 89.4 ਰੇਡੀਓ ਫ੍ਰੀਕੁਐਂਸੀ, ਇਸ ਦੇ ਇਲਾਵਾ 96। ਥੈਂਕ ਯੂ ਸੋ ਮਚ। ਤੇ ਇਸ ਦੇ ਇਲਾਵਾ ਜੀ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ 09152541413 ਦੇ ਉੱਤੇ। ਅੱਜ ਦਾ ਸਾਡਾ ਜਿਹੜਾ ਮੌਜੂ ਹੈ ਉਹ ਹੈ ਕਿ ਔਰਤਾਂ ਜ਼ਿਆਦਾ ਸਮਝਦਾਰ ਹਨ ਜਾਂ ਮਰਦ ਜ਼ਿਆਦਾ ਸਮਝਦਾਰ ਹਨ। ਅੱਛਾ, ਇੱਕ ਛੋਟੀ ਜਿਹੀ ਮੈਂ ਗੱਲ ਬਤਾਵਾਂ ਕਿ ਜਦੋਂ ਬੱਚੇ ਬਿਮਾਰ ਹੋ ਜਾਂਦੇ ਹਨ ਤੇ ਜ਼ਿਆਦਾਤਰ ਖਵਾਤੀਨ ਨੇ ਦੇਖਾ ਹੋ ਸੀ ਕਿ ਬੱਚੇ ਜਦੋਂ ਘਰ ਬਿਮਾਰ ਹੁੰਦੇ ਨੇ ਤੇ ਫੌਰੀ ਅਫਰਾ ਤਫਰੀ ਦੀ ਸੂਰਤ ਹਾਲ ਉਹ ਪੈਦਾ ਕਰ ਦਿੰਦੀਆਂ ਨੇ। ਅਸੀਂ ਅਗਰ ਇਸ ਨੂੰ ਦੂਸਰੀ ਉਸਦੇ ਕਰ ਦੇਖਾ ਜਾਵੇ, ਦੇਖੋ ਬਿਮਾਰੀ ਹੈ, ਕੋਈ ਵੀ ਬਿਮਾਰੀ ਅਗਰ ਖੁਦਾ ਨਾ ਖਾਸਤਾ ਐਮਰਜੈਂਸੀ ਕੇਸ ਨਿੰਗਾ ਨਜ਼ਲਾ ਜ਼ੁਕਾਮ ਖਾਂਸੀ, ਕੁਝ ਖਵਾਤੀਨ ਉਹਨੂੰ ਇਤਨਾ ਤੂਲ ਪਕੜ ਲੈਂਦੀਆਂ ਕਿ ਉਹਦੇ ਸੇ ਵੀ ਮਰਦਾਂ ਨੂੰ ਕਾਲ ਕਰਦੀਆਂ ਕਿ ਬਈ ਤੁਸੀਂ ਆਓ ਤੇ ਇਸ ਬੱਚੇ ਨੂੰ ਡਾਕਟਰ ਤੇ ਲੈ ਕੇ ਜਾਓ। ਹਾਲਾਂਕਿ ਅਸੀਂ ਇਸ ਬਿਮਾਰੀ ਨੂੰ ਬੜੇ ਅੱਛੇ ਤਰੀਕੇ ਤੇ ਘਰ ਦੇ ਵਿੱਚ ਫੇਸ ਕਰ ਸਕਦੇ ਹਾਂ, ਅੱਛੇ ਤਰੀਕੇ ਤੇ ਉਹਦਾ ਕੋਈ ਨਾ ਕੋਈ ਟ੍ਰੀਟਮੈਂਟ ਅਸੀਂ ਨਿਕਾਲ ਸਕਦੇ ਹਾਂ। ਘਰ ਵਿੱਚ ਕੋਈ ਵੀ ਮੈਡੀਸਨ ਹੁੰਦੀ ਹੈ ਕਹਿੰਦੇ ਜਿਹਨੂੰ ਫਸਟ ਏਡ, ਅਸੀਂ ਉਹ ਬੱਚੇ ਨੂੰ ਦੇ ਸਕਦੇ ਹਾਂ, ਜਾਂ ਕੋਈ ਵੱਡਾ ਬੰਦਾ ਵੀ ਹੈ ਤੇ ਉਹਨੂੰ ਵੀ ਅਸੀਂ ਦੇ ਸਕਦੇ ਹਾਂ। ਅਸੀਂ ਪੇਟ ਦਰਦ ਹੈ ਤੇ ਅਸੀਂ ਪਹਿਲੇ ਜਿਹੜਾ ਵੇ ਉਹਨੂੰ ਕਾਵਾ ਬਣਾ ਕੇ ਦੇ ਸਕਦੇ ਹਾਂ, ਜਿਸ ਤਰ੍ਹਾਂ ਕਿ ਹੁਣ ਮੈਂ ਕਾਵਾ ਪੀਣੀ, ਲੇਕਿਨ ਹੁਣ ਮੇਰੇ ਪੇਟ ਵਿੱਚ ਦਰਦ ਨਹੀਂਗਾ, ਮੈਂ ਇਹਨੂੰ ਐਜ਼ ਅ ਕਿ ਸੈਟਿਸਫੈਕਸ਼ਨ ਅਸੇ, ਕਿਉਂਕਿ ਪਿਸ਼ੋਰੀਆਂ ਦਾ ਕਾਵਾ ਜਿਹੜਾ ਵੇ ਨਾ ਇੱਕ ਇਨਸਾਨ ਨੂੰ ਵੈਸੇ ਹੀ ਇੱਕ એનર્ਜੀ ਦੇ ਦਿੰਦਾ ਵੇ।
ਤੇ ਤੁਸੀਂ ਜਿਹੜਾ ਵੇ ਅਗਰ ਐਸੀ ਸਿਚੁਏਸ਼ਨ ਹੁੰਦੀ ਹੈ ਤੇ ਤੁਸੀਂ ਉਹਨਾਂ ਨੂੰ ਕੋਈ ਫੱਕੀ ਵਗੈਰਾ ਜਾਂ ਕੋਈ ਸੌਂਫ ਅਜਵਾਇਨ ਘਰ ਦੀ ਕਰ ਇਸ ਤਰ੍ਹਾਂ ਦਾ ਹੁੰਦਾ ਹੀ ਹੈ ਨਾ ਕਿ ਇਨਸਾਨ ਕੋਈ ਨਾ ਕੋਈ ਟੋਟਕਾ ਕਰਦਾ ਹੈ, ਇਹਨੂੰ ਸਮਝਦਾਰੀ ਕਹਿੰਦੇ ਨੇ। ਲੇਕਿਨ ਜਿਹੜੇ ਲੋਕ ਵਾਹ ਵਾਹ ਰੋਲੇ ਪਾਣੇ ਸ਼ੁਰੂ ਕਰ ਦਿੰਦੇ ਨਾ ਕਿ ਉਹ ਫੌਰਨ ਗੱਡੀ ਨਿਕਾਲੋ ਤੇ ਬਸ ਡਾਕਟਰ ਕੋਲ ਜਾਣਾ ਹੈ, ਡਾਕਟਰ ਕੋਲ ਜਾਣਾ ਹੈ। ਤੇ ਜਿਹੜਾ ਪੇਸ਼ੈਂਟ ਹੁੰਦਾ ਹੈ ਨਾ ਉਹ ਪਤਾ ਨਹੀਂ ਘਬਰਾ ਜਾਂਦਾ, ਆਲਰੇਡੀ ਉਹ ਬਿਮਾਰੀ ਨੂੰ ਫੇਸ ਕਰਦਾ ਪਿਆ ਹੁੰਦਾ ਵੇ, ਉਹ ਘਬਰਾ ਜਾਂਦਾ ਕਿ ਪਤਾ ਨਹੀਂ ਮੇਰੇ ਨਾਲ ਕੀ ਹੋ ਗਿਆ ਵੇ। ਲਿਹਾਜ਼ਾ ਹਰ ਜਗ੍ਹਾ ਤੇ ਹਰ ਕਦਮ ਦੇ ਉੱਤੇ ਜਿਹੜਾ ਵੇ ਉਹ ਸਮਝਦਾਰੀ ਦਿਖਾਣੀ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਤੇ ਇਧਰ ਹੀ ਪਤਾ ਚੱਲਦਾ ਵੇ ਕਿ ਜਿਹੜੀ ਖਵਾਤੀਨ ਹਨ ਉਹ ਜ਼ਿਆਦਾ ਸਮਝਦਾਰ ਹਨ ਜਾਂ ਮਰਦ। ਲੇਕਿਨ ਅਗਰ ਦੇਖੋ ਇਸ ਜਗ੍ਹਾ ਤੇ ਅਗਰ ਮਰਦ ਹਜ਼ਰਾਤ ਥੋੜਾ ਜਿਹਾ ਮੈਂ ਕਹਿੰਦੀ ਹਾਂ ਕਿ ਚਲੋ ਤੁਸੀਂ ਇਹ ਸਮਝ ਲਓ ਕਿ ਉਹਨਾਂ ਔਰਤਾਂ ਦੀ ਜਿਹੜੀ ਹੈ ਨਾ ਅਕਲ ਤੁਹਾਨੂੰ ਲੱਗਦਾ ਵੇ ਬਕੌਲ ਤੁਹਾਡੇ ਕਿ ਥੋੜਾ ਜਿਹਾ ਕਮ ਹੈ, ਤੇ ਤੁਸੀਂ ਆਪਣਾ ਇੱਕ ਕਿਰਦਾਰ ਅਦਾ ਕਰੋ। ਤੁਸੀਂ ਬਤਾਓ ਕਿ ਭਈ ਇਧਰ ਤੁਹਾਨੇ ਜਿਹੜਾ ਵੇ ਕਿਸ ਤਰੀਕੇ ਤੇ ਇਸ ਮਾਮਲੇ ਨੂੰ ਲੈ ਕੇ ਚੱਲਣਾ ਵੇ। ਫੇਸਬੁੱਕ ਲਾਈਵ ਸਾਡਾ ਪ੍ਰੋਗਰਾਮ ਜਿਹੜਾ ਵੇ ਉਹ ਚੱਲਦਾ ਪਿਆ ਵੇ ਤੇ ਤੁਹਾਨੇ ਆਪਣਾ ਫੀਡਬੈਕ ਜਿਹੜਾ ਵੇ ਉਹ ਜ਼ਰੂਰ ਮੈਨੂੰ ਦੇਣਾ ਵੇ ਤੇ ਆਪਣੀ ਰਾਏ ਸੀ ਆਗਾਹ ਕਰਨਾ ਵੇ, ਬਤਾਣਾ ਵੇ ਕਿ ਭਈ ਅੱਜ ਦੇ ਪ੍ਰੋਗਰਾਮ ਦੇ ਮੌਜੂ ਦੇ ਹਵਾਲੇ ਦੇ ਨਾਲ ਕਿ ਭਈ ਔਰਤ ਜ਼ਿਆਦਾ ਸਮਝਦਾਰ ਹੈ ਜਾਂ ਮਰਦ ਜ਼ਿਆਦਾ ਸਮਝਦਾਰ ਹੈ। ਅੱਛਾ ਇਧਰ ਇੱਕ ਮਜ਼ੇ ਦੀ ਗੱਲ ਬਤਾਵਾਂ ਕਿ ਅਸੀਂ ਲੋਕ ਕਹਿੰਦੇ ਹਾਂ ਕਿ ਮਰਦ ਔਰਤ ਜ਼ਿਆਦਾ ਸਮਝਦਾਰ ਕੋਲ। ਇਧਰ ਜਿਹੜੇ ਸ਼ਾਦੀशुदा हजरात ਹਨ ਉਹ ਮੇਰੀ ਗੱਲ ਸੇ ਇਤਫਾਕ ਕਰ ਸਨ ਕਿ ਜਦੋਂ ਔਰਤ ਲੜਦੀ ਹੈ ਨਾ ਤੇ ਜੀਤ ਹਮੇਸ਼ਾ ਔਰਤ ਦੀ ਹੁੰਦੀ ਹੈ। ਮਰਦ ਵਿਚਾਰੇ ਘਰ ਦੇ ਮਾਹੌਲ ਨੂੰ ਕਿਉਂਕਿ ਸਮਝਦਾਰ ਹੁੰਦੇ ਨਾ ਘਰ ਦੇ ਮਾਹੌਲ ਨੂੰ ਖਰਾਬ ਨਾ ਕਰਨੇ ਦੀ ਖਾਤਰ ਉਹ ਕੰਪਰੋਮਾਈਜ਼ ਕਰ ਲੈਂਦੇ ਨੇ। ਲੇਕਿਨ ਔਰਤ ਇਹ ਸਮਝਦੀ ਹੈ ਕਿ ਸ਼ਾਇਦ ਮਰਦ ਮੇਰੇ ਕੋਲੋਂ ਡਰ ਗਿਆ। ਡਰਦਾ ਕੋਈ ਵੀ ਕਿਸੇ ਕੋਲੋਂ ਨਹੀਂ ਗਾ ਮੇਰੀ ਭੈਣੋ, ਲੇਕਿਨ ਇਹ ਕਿ ਹਰ ਬੰਦਾ ਆਪਣੇ ਘਰ ਦਾ ਸਕੂਨ ਦੇਖਦਾ ਵੇ। ਤੇ ਇਹ ਗੱਲ ਮਰਦਾਂ ਦੀ ਮੈਨੂੰ ਪਰਸਨਲੀ ਜਿਹੜੀ ਹੈ ਉਹ ਬਹੁਤ ਪਸੰਦ ਹੈ ਕਿ ਉਹ ਘਰ ਦੇ ਮਾਹੌਲ ਨੂੰ ਠੀਕ ਕਰਨੇ ਦੀ ਖਾਤਰ ਬਹੁਤ ਜ਼ਿਆਦਾ ਜਿਹੜਾ ਵੇ ਉਹ ਕੰਪਰੋਮਾਈਜ਼ ਕਰਦੇ ਹਨ। ਉਹ ਆਪਣੀ ਬੀਵੀ ਨੂੰ ਮਨਾਸਨ ਵੀ, ਉਹ ਘਰ ਦੇ ਮਾਹੌਲ ਨੂੰ ਠੀਕ ਕਰਨੇ ਦੀ ਖਾਤਰ ਬਹੁਤ ਕੁਝ ਕਰਦੇ ਨੇ। ਆਪਣੀ ਬੀਵੀ ਨੂੰ ਗਜਰੇ ਵੀ ਲਿਆ ਕੇ ਦੇ ਸਨ, ਉਹਨਾਂ ਨੂੰ ਇੱਕ ਅੱਛਾ ਜਿਹਾ ਡਿਨਰ ਵੀ ਖਿਲਾ ਦੇ ਸਨ, ਕੋਈ ਗਿਫਟ ਕਰਦੇ ਸਨ ਸੂਟ ਜਾਂ ਪਰਫਿਊਮ, ਕੁਝ ਵੀ ਉਹ ਕਰ ਲੈਂਦੇ ਨੇ। ਲੇਕਿਨ ਇਹ ਕਿ ਆਪਣੇ ਘਰ ਦੇ ਮਾਹੌਲ ਨੂੰ ਠੀਕ ਕਰਨੇ ਦੀ ਖਾਤਰ ਉਹ ਕੰਪਰੋਮਾਈਜ਼ ਕਰਦੇ ਹਨ। ਲੇਕਿਨ ਇਹੀ ਇਸੇ ਨੂੰ ਸਮਝਦਾਰੀ ਕਹਿੰਦੇ ਨੇ। ਸਾਨੂੰ ਇਸ ਵਕਤ ਦੇਖਣਾ ਚਾਹੀਦਾ ਹੈ ਤੁਹਾਨੇ ਅਗਰ ਸਮਝਦਾਰੀ ਦੇਖਣੀ ਹੈ ਨਾ ਤੇ ਕੋਈ ਵੀ ਕਰਾਣਾ ਐਸਾ ਹੈ ਨਾ ਜਿੱਧਰ ਮੀਆਂ ਬੀਵੀ ਰਹਿੰਦੇ ਪਏ ਸੈਪਰੇਟਲੀ, ਯਾਨੀ ਜੁਆਇੰਟ ਫੈਮਿਲੀ ਦੀ ਗੱਲ ਮੈਂ ਨਹੀਂ ਕਰਨੀ ਪਈ ਹਾਂ। ਸੈਪਰੇਟ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦੇ ਤੁਸੀਂ ਘਰ ਦੇ ਵਿਚਕਾਰ ਖਾਲੀ ਉਹਨਾਂ ਨੂੰ ਦੇਖੋ, ਉਹਨਾਂ ਦੀ ਗੁਫ਼ਤਗੂ ਦੇਖੋ। ਅਗਰ ਤੇ ਉਹਨਾਂ ਦੇ ਘਰ ਦੇ ਵਿਚਕਾਰ ਸਕੂਨ ਦੇਖੋ, ਲੜਾਈ ਤੇ ਹੁੰਦੀ ਏ, ਇਹ ਗੱਲ ਨਹੀਂ ਕਿ ਲੜਾਈ, ਲੇਕਿਨ ਉਸ ਲੜਾਈ ਦੇ ਵੀ ਕੁਝ ਜਿਹੜੇ ਨਾ ਅਸੂਲ ਹੁੰਦੇ ਹਨ। ਕੁਝ ਲੋਕ ਲੜਾਈ ਦੇ ਵਿਚਕਾਰ ਬਹੁਤ ਤੂਲ ਪਕੜ ਲੈਂਦੇ, ਕੁਝ ਲੋਕ ਜਿਹੜੇ ਨਾ ਉਹ ਲੜਾਈ ਵੀ ਕਰਦੇ ਨੇ ਤੇ ਉਸ ਲੜਾਈ ਦੇ ਵਿਚਕਾਰ ਮਨਾਣੇ ਦਾ ਜਿਹੜਾ ਤਰੀਕਾ ਵੇ ਨਾ ਉਹ ਵੀ ਬੜਾ ਡਿਫਰੈਂਟ ਹੁੰਦਾ ਹੈ। ਕਾਲਰ ਅਸੀਂ ਉਹਨਾਂ ਨੂੰ ਆਪਣੇ ਨਾਲ ਪ੍ਰੋਗਰਾਮ ਵਿੱਚ ਸ਼ਾਮਿਲ ਕਰ ਸੀ ਹਾਂ। अस्सलाम वालेकुम, अस्सलाम वालेकुम। ओके, पता नहीं क्या मसला है, लगता है कुछ थोड़ा टैक्नीकल मसला वे। मैं अपनी टीम ਨੂੰ बतानी है कि भाई के वे, क्योंकि ਮੈਨੂੰ ਫੋਨ ਬੈਲ ਦੀ ਆਵਾਜ਼ ਆਂਦੀ ਏ ਲੇਕਿਨ ਜਿਸ ਤਰ੍ਹਾਂ ਹੀ ਮੈਂ ਰਿਸੀਵ ਕਰਨੀ ਆ ਤੇ ਫੋਨ ਜਿਹੜਾ ਵੇ ਉਹ ਮੈਂ ਸੁਣ ਨਹੀਂ ਸਕਨੀ ਆ। ਤੇ ਤੁਸੀਂ ਜਿਹੜਾ ਦੁਬਾਰਾ ਕਾਲ ਕਰਕੇ ਜ਼ਰੂਰ ਟਰਾਈ ਕਰੋ। ਮੇਰਾ ਤੁਹਾਡਾ ਸਾਥ ਜਿਹੜਾ ਵੇ ਉਹ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਏ। ਇਸ ਫੋਨ ਦੇ ਕੁਝ ਟੈਕਨੀਕਲ ਥੋੜੇ ਜਿਹੇ ਇਸ਼ੂ ਹਨ ਤੇ ਕਿਉਂਕਿ ਕਾਲ ਆਂਦੀ ਹੈ ਮੈਂ ਜਦੋਂ ਰਿਸੀਵ ਕਰਨੀ ਆ ਤੇ ਮੈਨੂੰ ਦੂਸਰੇ ਪਾਸੇ ਆਵਾਜ਼ ਨਹੀਂ ਆਂਦੀ ਪਈ। ਖੈਰ ਜੀ, ਹੋਣਾ ਸੀ ਕਹਿੰਦੇ ਨਾ ਜਿਸਕਾ ਕੰਮ ਉसी को साजे। ਹੁਣ ਦੇਖੋ ਮੈਂ ਖਾਤੂਨ ਆ, ਹੁਣ ਇਹ ਜਿਹੜੀ ਟੈਕਨੀਕਲ ਚੀਜ਼ਾਂ ਵਨ ਇਹ ਮੇਰਾ ਸਟਾਫ ਪਿਆ ਸੰਭਾਲਦਾ ਪਿਆ ਵੇ। ਸਕਰੀਨ ਦੇ ਤੇ ਸਿਰਫ ਤੁਹਾਨੂੰ ਮੈਂ ਨਜ਼ਰ ਆਨੀ ਪਈਆਂ, ਲੇਕਿਨ ਜਿਹੜੀ ਟੈਕਨੀਕਲ ਚੀਜ਼ਾਂ ਵਨ ਹੈਲੋ अस्सलाम वालेकुम नहीं उस तो बाद थोड़ी कॉल आती क्योंकि कॉल उस वक्त आवाज़ बंद होगी, ड्रॉप होगी। ਫਿਰ ਦੂਸਰੇ ਕਾਲਰ ਦਾ ਸਾਨੂੰ ਇੰਤਜ਼ਾਰ ਹੈ ਸੀ ਤੇ ਫਿਰ ਅਸੀਂ ਸੁਣ ਸੀਗਾ। ਅੱਛਾ ਜੀ, ਤੇ ਦੇਖੋ ਜੀ ਇੱਕ ਖਾਤੂਨ ਨੇ ਇੱਕ ਮਰਦ ਦਾ ਹੀ ਸਹਾਰਾ ਲਿੱਤਾ ਤੇ ਆ ਕੇ ਦੇਖੋ ਉਹਨੇ ਬੜੇ ਅੱਛੇ ਤਰੀਕੇ ਤੇ ਇਸ ਚੀਜ਼ ਨੂੰ ਹੈਂਡਲ ਕੀਤਾ। अस्सलाम वालेकुम जी। हेलो वालेकुम अस्सलाम। अस्सलाम वालेकुम। हेलो ਬਾਅਦ ਵਿੱਚ ਦੇਖਦੇ ਹਾਂ। ਅੱਛਾ ਜੀ, ਤੇ ਅਸੀਂ ਗੱਲ ਕਰਨੇ ਪਏ ਆ ਕਾਲ ਦੇ ਸੌਰੀ ਟੌਪਿਕ ਦੇ ਹਵਾਲੇ ਦੇ ਨਾਲ ਕਿ ਜੀ
ਹਾਂ ਅਭੀ ਉਹਨੀ ਥੋੜੀ ਦੇਰ ਬਾਅਦ ਫਿਰ ਜਦੋਂ ਕਾਲ ਆਸੀ ਤੇ ਅਸੀਂ ਫਿਰ ਜਿਹੜਾ ਵੇ ਉਹ ਰਿਸੀਵ ਕਰਸੀਆਂ ਤੁਸੀਂ ਪਰ ਤੁਹਾਨੂੰ ਪਰੇਸ਼ਾਨ ਨਹੀਂ ਹੋਣਾ ਤੁਹਾਨੂੰ ਦੁਬਾਰਾ ਟਰਾਈ ਕਰਨਾ ਹੈ। ਥੋੜਾ ਜਿਹਾ ਟੈਕਨੀਕਲ ਇਸ਼ੂ ਹੈ ਹੁਣ ਉਹ ਇਸ਼ੂ ਕਨਫਰਮ ਹੋ ਗਿਆ ਸੌਰੀ ਠੀਕ ਹੋ ਗਿਆ ਸੌਰਟ ਆਊਟ ਹੋ ਗਿਆ ਤੇ ਹੁਣ ਜਿਹੜਾ ਵੀ ਅਸੀਂ ਤੁਹਾਨੂੰ ਪ੍ਰੋਗਰਾਮ ਦੇ ਵਿਚਕਾਰ ਸ਼ਾਮਿਲ ਕਰ ਸਕਨੇ ਹਾਂ ਅਸਲਾਮ ਅਲੈਕੁਮ वालेकुम अस्सलाम भाजी क्या हाल है ठीक हो खैरियत है हेलो भाजी आवाज नहीं आ रही हेलो जी भाजी आवाज नहीं आ रही आपको अस्सलाम वालेकुम जी आ गई है देखो जी ना भाजी क्या हाल है अल्हम्दुलिल्लाह जी ਤੁਸੀਂ ਠੀਕ ਹੋ ਤੁਹਾਡਾ ਨਾਮ ਤੁਸੀਂ ਕਿੱਧਰ ਸੇ ਵੀ ਗੱਲ ਕਰਦੇ ਹੋ मैं बात कर रहे हैं जी इब्रार फ्रॉम पिशावर ट्रैफिक पुलिस ओ इब्रार भाई वेलकम 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 टू द शो क्या हाल है ठीक हो बिल्कुल खैर खैरियत है खैर खैरियत ठीक है प्रोग्राम सुनते पे हो बिल्कुल सुन रहे हैं आप ਤੇ ਆਪਣੀ ਰਾਏ ਦਿਓ ਨਾ ਕਿ ਬਤਾਓ ਕਿ ਤੁਸੀਂ ਬਤਾਓ ਕੌਣ ਜ਼ਿਆਦਾ ਸਿਆਣਾ ਹੁੰਦਾ ਹੈ ਮਰਦ ਕਿ ਔਰਤ ਇਹ ਅਸੀਂ ਬਹਿਸ ਨਹੀਂ ਕਰਨੀ ਪਏ ਆ ਇੱਕ ਰਾਏ ਵੀ ਤੁਹਾਡੀ मेरे हिसाब ਨਾਲ ਜ਼ਿਆਦਾ ਜਿਹੜਾ ਸਮਝਦਾਰ ਸਿਆਣਾ ਜਿਹੜੇ ਨੇ ਉਹ ਮਰਦ ਹੁੰਦਾ ਹੈ ਅੱਛਾ ਮਾਸ਼ਾਅੱਲਾ ਠੀਕ ਹੈ औरत भी होंगी लेकिन औरत दूसरी ने गल ते लग के अपने घर वाले वो इस तरह ना नहीं पेश कर देते अच्छा लेकिन मर्द जो है ना वो समझ के औरत को चला सकता है पूरे घर में सारे चला सकता है और वाइफ ने भी तो बहुत अच्छा चला सकता है बिल्कुल अपनी समझदारी ना बिल्कुल हालांकि देख जी औरत होनी ना वो दूसरे बंदे ने गला बात ते लग के वो इस तरह नहीं कर सकती क्या मेरा मर्द झूठ बोल रहा है इस तरह कर रहा है उस तरह कर रहा है ਬਿਲਕੁਲ ਯਾਨੀ ਤੁਸੀਂ ਕਹਿੰਦੇ ਹੋ ਔਰਤਾਂ ਕੰਨਾਂ ਦੀ ਕੱਚੀਆਂ ਹੁੰਦੀਆਂ ਹਨ बिल्कुल कच्ची होनी बिल्कुल तो मेरा बहुत तजर्बा है अग्री क्यों खासकर मैं मेरा काम इस तरह नहीं है ना ਬਿਲਕੁਲ ਨਹੀਂ ਮੈਂ ਖੁਦ ਬਹਸੀਅਤ ਔਰਤ ਮੈਂ ਤੁਹਾਡੀ ਗੱਲ ਸੀ ਇਤਫਾਕ ਕਰਨੀ ਆ जी जी ਤੁਸੀਂ ਠੀਕ ਕਹਿੰਦੇ ਪਏ ਹੋ ਕਿ ਔਰਤ ਬਾਕੀ ਗੱਲਾਂ ਦੇ ਵਿਚਕਾਰ ਆ ਜਾਂਦੀ ਏ जी बिल्कुल जी अच्छा इमरान भाई बताओ ड्यूटी कैसी ਤੁਹਾਡੀ ਜਾ ਰਹੀ है इसकी बहुत सोनी जा रही जी मेरी माशाल्लाह सबसे पहले ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇਤਨੇ ਆਪਣੇ ਮਸਰੂਫ ਸ਼ਡਿਊਲ ਦੇ ਵਿਚਕਾਰੋਂ ਵੀ ਤੁਹਾਨੇ ਸਾਨੂੰ ਕਾਲ ਕੀਤੀ ਹੈ ਬਹੁਤ ਬਹੁਤ ਸ਼ੁਕਰੀਆ बिल्कुल जी मैं हफ्ता तवार सवार और मंगल जी और राबिया तबस्सुम जी राबिया कयूम और टेरा रिफत बहुत अच्छा प्रोग्राम होता है जो उस्ताद के नॉलेज ਵਿੱਚ बहुत इजाफा हो सकता है बहुत बहुत शुक्रिया और ख़ुसूसन ये प्रोग्राम में अपना टाइम निकाल के वक्त निकाल के ड्यूटियाँ इस तरह टाइम निकाल के जो मैं खुद एक पंजाबी तक दें जैंड कोट जी और पिशावर में ड्यूटी है जी साढ़े को उधर इस तरह रेडियो नहीं चल सकता अटक में सही लेकिन कॉल मिल सकती है लेकिन छुट्टी छुट्टी होगी जिस तरह फिर इधर होगी फिर प्रोग्राम जरूर सुनने सही ਬਹੁਤ ਬਹੁਤ ਸ਼ੁਕਰੀਆ ਇਮਰਾਨ ਭਾਈ ਤੁਹਾਡੀ ਰਾਏ ਸਾਡੇ ਸੇ ਇਸ ਤਰ੍ਹਾਂ ਵਿੱਚ ਜਿਸ ਤਰ੍ਹਾਂ ਕਹਿੰਦੇ ਨਾ ਸੋਨੇ ਦਾ ਸੈੱਟ ਮਿਲ ਗਿਆ ਹੋਵੇ क्योंकि बिल्कुल बोले और खास करके इनको तो मुझे बहुत पसंद है बहुत शुक्रिया जी ਸਾਡੀ ਮਾਂ ਬੋਲੀ ਦੇ ਨਾਲ ਇਤਨੀ ਮੁਹੱਬਤ ਜ਼ਾਹਿਰ ਕਰਨੇ ਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ अच्छा एक और ਸਾਨੂੰ ਗੱਲ ਦੱਸੋ ਕਿ ਪਿਸ਼ਾਵਰ को कहने फुल्ला दे शहर जी बिल्कुल कहने जी और खास मैं देखी भी है जी किस वजह से मशहूर और किस वजह का ਸਾਨੂੰ थोड़े से नाली इजाफा हो जावे अच्छा चलो ठीक है जी मैं बतानी है ਤੁਹਾਨੂੰ मैं ਹੁਣੀ ਤੁਹਾਨੂੰ ਕਾਲ ਦੇ ਉੱਤੇ ਬਤਾਵਾਂ ਜਾਂ ਕਾਲ ਤੋਂ ਬਾਅਦ ਬਤਾਵਾਂ ਕਾਲ ਤੋਂ ਬਾਅਦ ਹੀ ਬਤਾ ਦੋ जी मैं कॉल तो बाद बता देती हूँ ताकि साढ़े नाजरीन थे साढ़े सामीन भी सुन सकन और दूसरा ये कि बताना है कि खैबर पख्तूनख्वा जितने भी है जी इसमें मेहमान नवाज बहुत ज्यादा जी अगर इन सुने के और खुद में देखे जी इन घर दुश्मन भी चले जावे ना जी इन उस टाइम कुछ नहीं कहने अभी आप कुछ मेहमान हो बाद में देखें क्यों हमने बजोड़ रहे हैं ना जी बजोड़ सवार ज्यादातर ड्यूटी इधर लगती ना नहीं और जिस वजह से ना ये मैं सुने भी है और दूसरा माशाल्लाह इन्होंने खाने नहीं डिश जड़ी वो एक नहीं है 4 और 5 एक टाइम पे खर्चा कर दिन खर्चा करते हो और गोश्त जड़ा
जी छोटा गोश्त। पंजाबी जो 2 किलो या 2 किलो या इस तरह लेके जाना है, ये तो 10 किलो 5 किलो ये इतना ज्यादा लेके जाना है। हाँ जी, और माशाल्लाह खांदे भी ज्यादा है। हाँ जी, खांदे भी जांदे न ते जॉइंट फैमिली ज्यादा रहंदे न। बिल्कुल भाजी, मैं जी बहुत ज्यादा खैबर पख्तूनख्वा ना मेरी जी लगाव है, बिल्कुल दिल ली मुहब्बत है। सही क्यों, हालांकि मैं खुद एक पंजाबी है, लेकिन मेरे बहुत इन्हां नाल प्यार मोहब्बत है। सही। और ये मेरे ससुराल हैं वो भी कुआर दिन माशाल्लाह पख्तून हैं। ਤੁਹਾਨੂੰ ਪਤਾ ਹੈ ਕਿ ਕੁਆਟ ਨੂੰ ਕੀ ਕਹਿੰਦੇ ਨੇ? कुआर ਨੂੰ ਕੀ ਕਹਿੰਦੇ? ਕੁਆਟ ਨੂੰ ਕੀ ਕਹਿੰਦੇ ਨੇ? ਬੰਗਸ਼, ਬੰਗਸ਼ ਕੌਮ ਹੈ ਨਾ। ਨਹੀਂ ਬੰਗਸ਼ ਤੇ ਹੁੰਦੇ ਨੇ, ਜਿਸ ਤਰ੍ਹਾਂ ਸਾਡੇ ਪਿਸ਼ੋਰ ਨੂੰ ਕਹਿੰਦੇ ਨੇ ਕਿ ਫੁੱਲਾਂ ਦਾ ਸ਼ਹਿਰ ਪਿਸ਼ੋਰ ਏ, ਤੇ ਕੁਆਟ ਨੂੰ ਕਿਉਂ ਕਹਿੰਦੇ ਨੇ? ਕੁਆਟ ਨੂੰ ਕੀ ਕਹਿੰਦੇ ਨੇ? पता नहीं कुआर नहीं दे नहीं इतनी एकदम ਹਾਂ नहीं कुआर नहीं पता। ਅੱਛਾ, ਕੁਆਟ ਨੂੰ ਜਿਹੜਾ ਨਾ ਅਮਰੂਦਾਂ ਦਾ ਸ਼ਹਿਰ ਕਿਹਾ ਜਾਂਦਾ ਕਿਉਂਕਿ ਉਧਰ ਦੀ ਸਪੈਸ਼ਲ ਇਹ ਤੇ ਬਿਲਕੁਲ ਨਹੀਂ ਪਤਾ ਹੈ। ਦੇਖੋ ਮੈਨੇ ਤੁਹਾਨੂੰ ਬਤਾਇਆ, ਤੁਹਾਡੀ ਨੌਲੇਜ ਵਿੱਚ ਇਜ਼ਾਫਾ ਹੋ ਗਿਆ। ਬਿਲਕੁਲ ਜਿਸ ਤਰ੍ਹਾਂ ਫੈਸਲਾਬਾਦ ਬਹੁਤ ਜ਼ਿਆਦਾ ਫੈਸਲਾਬਾਦ ਨੂੰ ਕਹਿੰਦੇ ਨਾ ਜੁਗਤਾਂ ਦਾ ਸ਼ਹਿਰ, ਲਾਹੌਰ ਨੂੰ ਕਹਿੰਦੇ ਨੇ ਤਾਰੀਖੀ ਸ਼ਹਿਰ, ਠੀਕ ਹੈ ਨਾ? ਤੇ ਇਸ ਤਰ੍ਹਾਂ ਹਰ ਇੱਕ ਇਲਾਕੇ ਦੀ ਇੱਕ ਸਪੈਸ਼ਲਿਟੀ ਹੈ। ਪਿਸ਼ੋਰ ਨੂੰ ਫੁੱਲਾਂ ਦਾ ਸ਼ਹਿਰ ਇਸ ਵਜ੍ਹਾ ਤੋਂ ਕਿਹਾ ਜਾਂਦਾ ਕਿ ਇਧਰ ਫੁੱਲਾਂ ਦੇ ਬਾਗ ਹੁੰਦੇ ਬਹੁਤ ਪਹਿਲੇ। ਇਹ ਸ਼ਹਿਰ ਬਹੁਤ ਸਰਸਬਜ਼ ਆ, ਇਧਰ ਫੁੱਲਾਂ ਦੇ ਹਰ ਜਗ੍ਹਾ ਤੁਹਾਨੂੰ ਫੁੱਲ ਹੀ ਫੁੱਲ ਨਜ਼ਰ ਆਉਂਦੇ। ਉਹ ਫੁੱਲ ਹੁਣ ਕਿਧਰ ਨਾ ਕਿਧਰ ਥੋੜੇ ਕਮ ਹੋ ਗਏ, ਲੇਕਿਨ ਉਹ ਖੁਸ਼ਬੂ ਜਿਹੜੀ ਹੈ ਉਹ ਲੋਕਾਂ ਦੇ ਅੰਦਰ ਜਿਹੜੀ ਹੈ ਨਾ ਸਮਾ ਗਈ ਹੈ, ਤੇ ਉਹ ਖੁਸ਼ਬੂ ਦੀ ਵਜ੍ਹਾ ਕਰਕੇ ਲੋਕ ਮਹਿਮਾਨ ਨਵਾਜ਼ ਹੋ ਗਏ। ਉਹਨਾਂ ਦੀ ਜਿਹੜੀ ਪੋਜ਼ਿਟਿਵਿਟੀ ਹੈ ਨਾ ਫੁੱਲਾਂ ਦੀ, ਉਹ ਲੋਕਾਂ ਦੇ ਅੰਦਰ ਹੈ, ਕਿਉਂਕਿ ਇਲਾਕੇ ਦੇ ਇਰਦ ਗਿਰਦ ਦੇ ਮਾਹੌਲ ਦਾ ਅਸਰ ਲੋਕਾਂ ਦੀ ਸ਼ਖਸੀਅਤ ਤੇ ਬਹੁਤ ਜ਼ਿਆਦਾ ਹੁੰਦਾ ਹੈ ਜੀ। ਤੇ ਬਸ ਤੁਹਾਨੂੰ ਮੈंने ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਹੈ। ਹੁਣ ਲੋਕ ਡਿਸ਼ਾਂ ਕਿਉਂ ਜ਼ਿਆਦਾ ਬਣਾਉਂਦੇ ਨੇ ਇਹ ਮੈਂ ਤੁਹਾਨੂੰ ਕਾਲ ਸੀ ਬਾਤ ਬਤਾਸਾਂ। चलो ठीक है। शुक्रिया इब्रार भाई। ठीक है भाई जी, ओके जी, अल्लाह हाफिज, अल्लाह हाफिज, अल्लाह हाफिज। ਓਕੇ ਜੀ, ਇਬਰਾਰ ਸਾਡੇ ਨਾਲ ਮੌਜੂਦ ਹੈ ਤੇ ਟ੍ਰੈਫਿਕ ਪੁਲਿਸ ਵਿੱਚ ਹੁੰਦੇ ਨੇ। ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਇਹਨਾਂ ਦੇ ਪਿਆਰ ਦਾ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਜੀ ਇੱਕ ਇਨਸਾਨ ਇਤਨੀ ਮਸਰੂਫੀਆਤ ਦੇ ਵਿਚਕਾਰੋਂ ਕੁਝ ਟਾਈਮ ਤੁਹਾਡੇ ਸੇ ਨਿਕਾਲਦਾ ਨਾ, ਤੇ ਇਹਦਾ ਮਤਲਬ ਤੁਸੀਂ ਉਹਦੇ ਸੇ ਕੁਝ ਸਪੈਸ਼ਲ ਹੈ, ਉਹ ਕੁਝ ਨਹੀਂ ਬਹੁਤ ਸਪੈਸ਼ਲ ਹੋ। ਤੇ ਐਸੇ ਲੋਕਾਂ ਦੀ ਕਦਰ ਤੁਹਾਡੀ ਜ਼ਿੰਦਗੀ ਦੇ ਵਿਚਕਾਰ ਜ਼ਿਆਦਾ ਹੋਣੀ ਚਾਹੀਦੀ ਹੈ, ਜਿਹੜਾ ਕਿ ਤੁਹਾਨੂੰ ਆਪਣੇ ਵਕਤ 'ਚੋਂ ਵਕਤ ਦਿੰਦੇ ਹਨ। ਤੇ ਤੁਹਾਡੇ ਵੀ ਇਰਦ ਗਿਰਦ ਐਸੇ ਬਹੁਤ ਸਾਰੇ ਲੋਕ ਹੋ ਸਨ। ਮੇਰੇ ਭਰਾ ਨੇ ਬੜੀ ਸੋਹਣੀ ਗੱਲ ਕੀਤੀ ਹੈ ਕਿ ਟੌਪਿਕ ਦੇ ਹਵਾਲੇ ਦੇ ਨਾਲ ਕਿ ਖਵਾਤੀਨ ਜਿਹੜੀਆਂ ਹਨ ਉਹ ਜ਼ਿਆਦਾ ਗੱਲਾਂ ਦੇ ਵਿਚਕਾਰ ਆ ਜਾਂਦੀਆਂ ਹਨ। ਦੇਖੋ ਇਧਰ ਖਵਾਤੀਨ ਨੂੰ ਬਿਲਕੁਲ ਵੀ ਕਿਉਂਕਿ ਇਹ ਪ੍ਰੋਗਰਾਮ ਹੋਸਟ ਇੱਕ ਖਾਤੂਨ ਕਰਦੀ ਪਈ ਹੈ, ਤੇ ਦੇਖੋ ਅਸੀਂ ਵਾਕਈ ਹੀ ਅਗਰ ਗੱਲ ਕਰੀਏ, ਮੈਂ ਇਧਰ ਇਹ ਨਾ ਕਹਿਸਾਂ ਕਿ ਔਰਤਾਂ ਬੇਵਕੂਫ ਹਨ, ਨਹੀਂ। ਮੈਂ ਪ੍ਰੋਗਰਾਮ ਦੇ ਸਟਾਰਟ ਵਿੱਚ ਬਤਾ ਦਿੱਤਾ ਹੈ कि बहुत सी ऐसी जगह, बहुत से ऐसे वाक़े, बहुत से ऐसे कम ऐसे हो जाते हैं जिधर मर्द भी थोड़ी जी गफलत बरत लेंदा है, मर्द को भी थोड़ी जी बेवकूफ़ी हो जाती है। अल्लाह ताला ने मयाना रवी मसावात हर एक चीज़ च रखी है, इस से औरत दी तखलीक ते मर्द दी तखलीक ते उन्हां दी आदात च भी अल्लाह ताला ने इक्वलिटी ही रखी है। लेकिन कह लो कि साड़ी ड्यूटीज केवन ਇਹ ਸਾਨੂੰ ਜੱਜ ਕਰਨੇ ਦੀ ਜ਼ਰੂਰਤ ਹੈ। ਇੱਕ ਮਰਦ ਇੱਕ ਅੱਛੇ ਤਰੀਕੇ ਤੇ ਕਾਰਦਾਰੀ ਨਹੀਂ ਚਲਾ ਸਕਦਾ ਜਿਸ ਤਰੀਕੇ ਤੇ ਔਰਤ ਚਲਾਉਂਦੀ ਹੈ। ਔਰਤ ਨੂੰ ਪਤਾ ਹੈ ਔਰਤ ਸਭ ਤੋਂ ਆਖਰ ਵਿੱਚ ਘਰ ਵਿੱਚ ਸੌਂਦੀ ਹੈ, ਔਰਤ ਸਭ ਤੋਂ ਪਹਿਲੇ ਘਰ ਵਿੱਚ ਸਭ ਤੋਂ ਪਹਿਲੇ ਉੱਠਦੀ ਹੈ। ਉਹਨੂੰ ਪਤਾ ਹੁੰਦਾ ਹੈ ਕਿ ਮੈਨੇ ਸਵੇਰ ਨਮਾਜ਼ ਪੜ੍ਹਨੇ ਸੀ ਬਾਅਦ ਆਪਣੇ ਬੱਚਿਆਂ ਨੂੰ ਸਕੂਲ ਭੇਜਣਾ ਹੈ, ਘਰ ਦੀ ਸਾਫ ਸਫਾਈ ਕਰਨੀ ਹੈ, ਖਾਣਾ ਬਣਾਉਣਾ ਹੈ। ਖਾਣਾ ਬਣਾਉਣੇ ਵਕਤ ਨਮਕ ਮਿਰਚ ਕਿਤਨਾ ਰੱਖਣਾ ਵੇ ਇਹ ਉਹਦੀ ਜ਼ਹਾਨਤ ਹੈ। ਜਿਹੜਾ ਉਹਨੂੰ ਪਤਾ ਵੇ ਕਿ ਘਰ ਦੇ ਲੋਕਾਂ ਦਾ ਟੇਸਟ ਕੀ ਵੇ, ਉਸਦੇ ਟੇਸਟ ਦੇ ਅਕੋਰਡਿੰਗ ਉਹਨੇ ਉਹ ਪਰਫੈਕਟ ਖਾਣਾ ਬਣਾਉਣਾ ਹੁੰਦਾ ਵੇ। ਤੇ ਇਹ ਦੇਖੋ ਕਿ ਇਹ ਉਸਨੇ ਸਮਝਦਾਰੀ ਦੇ ਨਾਲ ਹੀ ਕੀਤਾ ਨਾ, ਫਿਰ ਘਰ ਦੀ ਹਰ ਇੱਕ ਚੀਜ਼ ਨੂੰ ਉਹ ਤਰੀਕੇ ਸਲੀਕੇ ਦੇ ਨਾਲ ਰੱਖਦੀ ਏ, ਠੀਕ ਹੈ। ਇਸ ਤਰ੍ਹਾਂ ਘਰ ਦੇ ਰਿਸ਼ਤਿਆਂ ਨੂੰ ਉਹ ਬੜਾ ਸਵਾਰ ਕੇ ਰੱਖਦੀ ਹੈ। ਹਰ ਇੱਕ ਦੀ ਅਗਰ ਘਰ ਦੇ ਖਾਨਦਾਨ ਵਿੱਚ ਕੋਈ ਬੰਦਾ ਬਿਮਾਰ ਹੈ, ਪਰੇਸ਼ਾਨ ਹੈ, ਉਹਦੀ ਜਾ ਕੇ ਉਹਦੀ ਜਿਹੜਾ ਵੇ ਨਾ ਇਆਦਤ ਵੀ ਕਰ ਸੀ ਬਿਮਾਰ ਦੀ, ਤੇ ਅਗਰ ਕੋਈ ਫੌਤ ਹੋ ਗਿਆ ਤੇ ਉਹਦੀ ਤਾਜ਼ੀਅਤ ਵੀ ਕਰ ਸੀ ਜਾ ਕੇ।
ਘਰ ਦੇ ਵਿਚਕਾਰ ਉਹ ਬੱਚੇ ਨੂੰ ਬਤਾਸੀ ਕਿ ਪੁੱਤਰ ਤੈਨੇ ਚੋਰੀ ਨਹੀਂ ਕਰਨੀ, ਤੈਨੇ ਝੂਠ ਨਹੀਂ ਬੋਲਣਾ। ਇਹ ਬਹੁਤ ਵੱਡੀ ਜ਼ਿੰਮੇਵਾਰੀਆਂ ਹਨ। ਮੇਰਾ ਖਿਆਲ ਹੈ ਕਿ ਮਰਦ ਇਸ ਚੀਜ਼ ਨੂੰ ਕਰ ਸਕਦਾ ਵੇ, ਲੇਕਿਨ ਉਸ ਤਰੀਕੇ ਤੇ ਨਹੀਂ ਸੰਭਾਲ ਸਕਦਾ ਜਿਸ ਤਰੀਕੇ ਤੇ ਔਰਤ ਸੰਭਾਲ ਸਕਦੀ ਹੈ। ਫਿਰ ਬੱਚਿਆਂ ਦੇ ਸਕੂਲ ਸੀ ਆਣਾ, ਫਿਰ ਉਹਨਾਂ ਨੂੰ ਖਾਣਾ ਦੇਣਾ, ਸਵੇਰ ਨਾਸ਼ਤੇ ਸੀ ਲੈ ਕੇ ਦੁਪਹਿਰ ਤੱਕ ਉਹਦੀ ਟਫ ਟਾਈਮਿੰਗ ਚੱਲਦੀ ਪਈ ਹੁੰਦੀ ਹੈ। ਫਿਰ ਬੱਚੇ ਸਕੂਲੋਂ ਜਦੋਂ ਆਉਂਦੇ ਨੇ ਤਾਂ ਉਹਨੂੰ ਕਿਧਰ ਅੱਧਾ ਪੌਣਾ ਘੰਟਾ ਮਿਲਦਾ, ਫਿਰ ਉਹਨੂੰ ਇਹ ਵੀ ਪਤਾ ਮੈंने ਆਪਣੇ ਬੱਚੇ ਨੂੰ ਕੁਰਾਨ ਸ਼ਰੀਫ ਪੜ੍ਹਵਾਉਣਾ ਹੈ, ਉਹਨੂੰ ਫਿਰ ਉਹ ਮਦਰਸੇ ਭਿਜਵਾਉਂਦੀ ਹੈ। ਫਿਰ ਮਰਦ ਜਦੋਂ ਆਉਂਦਾ ਵੇ ਦਫ਼ਤਰ ਸੀ ਉਹਨੂੰ ਖਾਣਾ ਦਿੰਦੀ ਹੈ। ਉਸ ਤੋਂ ਬਾਅਦ ਸ਼ਾਮ ਦੀ ਰੋਟੀ ਉਹਨੇ ਸਾਲਨ ਬਣਾਉਣਾ ਹੁੰਦਾ ਹੈ। ਯਾਨੀ ਸਾਰਾ ਦਿਨ ਉਹ ਡਿਊਟੀ, ਮਰਦ ਤੇ ਇੱਕ 8 9 10 ਘੰਟੇ ਦੀ ਡਿਊਟੀ ਕਰਕੇ ਘਰ ਵਾਪਸ ਆ ਜਾਂਦਾ ਹੈ, ਲੇਕਿਨ ਔਰਤ ਦੀ ਡਿਊਟੀ ਸੋਣੇ ਮਤਲਬ ਉਹ ਸੋਣੇ ਵਕਤ ਰਿਲੈਕਸ ਹੈ, ਬਾਕੀ ਉਹ ਜਾਗਦੀ ਪਈ ਹੈ ਤੇ ਉਹ ਡਿਊਟੀ ਹੀ ਕਰਦੀ ਪਈ ਹੈ। ਉਹਦੇ ਤੇ ਬੜੀ ਟਫ ਜ਼ਿੰਮੇਦਾਰੀਆਂ ਹਨ, ਲੇਕਿਨ ਉਸ ਜ਼ਿੰਮੇਦਾਰੀਆਂ ਨੂੰ ਉਹ ਕਿਸ ਤਰੀਕੇ ਤੇ ਸਰੰਜਾਮ ਦਿੰਦੀ ਪਈ ਹੈ ਇਹ ਸਾਨੂੰ ਦੇਖਣੇ ਦੀ ਜ਼ਰੂਰਤ ਹੈ। ਤੇ ਵਾਕਈ ਇਬਰਾਰ ਬਾਈ ਦੀ ਗੱਲ ਠੀਕ ਹੈ ਕਿ ਲੋਕ ਔਰਤਾਂ ਜਿਹੜੀਆਂ ਨੇ ਥੋੜੀ ਗੱਲਾਂ ਚ ਆ ਜਾਂਦੀਆਂ ਨੇ। ਅਸਲਾਮ ਵਾਲੇਕੁਮ ਜੀ, ਸਾਡੇ ਨਾਲ ਕਾਲਰ ਹਨ। ਅਸਲਾਮ ਵਾਲੇਕੁਮ। वालेकुम सलाम, क्या हाल है जी? अल्हम्दुलिल्लाह जी। कौन किधर से मेरा भरा? मैं शेर अफरीदी बोल रहा हैं और मुड़ मेरे तो ਅੱਛਾ ਸ਼ੇਰ ਅਫਰੀਦੀ ਭਾਈ, ਤੁਸੀਂ ਕਿਸ ਤਰ੍ਹਾਂ ਹੋ? ਠੀਕ ਹੋ? ਤੁਸੀਂ ਅਫਰੀਦੀ ਹੋ? ਮਾਸ਼ਾਅੱਲਾ ਤੁਸੀਂ ਬੜੀ ਸੋਹਣੀ ਇਨਕੋ ਬੋਲਦੇ ਪਏ ਹੋ। आहो जी, मैं शहर च रहना वा। अच्छा क्या बात है जी, तुहाने इनको पंजाबी मिक्स कर दी थी जियो। मैंने सिंधी भी आंदी, ਤੁਹਾਡੋ ਨਾਲੋ ਚਾਹੇ। खैर ਮੈਨੂੰ ਨਹੀਂ ਸਿੰਧੀ ਆਂਦੀ, ਇਸ ਸੇ ਮੈਂ ਤੁਹਾਨੂੰ ਇਹੀ ਕਹਿ ਸਾਂ ਕਿ ਬਹੁਤ ਜ਼ਬਰਦਸਤ। ਅੱਛਾ ਜੀ, ਕਹਿੰਦੇ ਹੋ ਕਿ ਮਰਦ ਦਾ ਅਕਲ ਜ਼ਿਆਦਾ ਹੁੰਦਾ ਹੈ ਕਿ ਔਰਤ ਦਾ? ਜੀ ਬਿਲਕੁਲ ਸਮਝਦਾਰ ਕੌਣ ਹੁੰਦੇ ਨੇ ਦੋਨੋਂ ਜੀ। और मैं साइकिल नहीं चला सकता हूँ ते औरत जो है वो जहाज चला सकता है। वाह क्या बात है, क्या बात है। अकल ए नहीं है कि मर्द ज्यादा है ते औरत है। बिल्कुल ये बस मर्द भी होंदा है ते औरत भी होंदा है। बिल्कुल बिल्कुल शेर भाई तुसी वाकई शेर हो, तुहाने मेरी गल बिल्कुल समझ ली थी। हाँ 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 गल है। बिल्कुल सानू ਅਸੀਂ ਲੋਕਾਂ ਨੂੰ ਅਸੀਂ ਲੋਕ ਜਿਹੜੇ ਨਾ ਲੋਕ ਚਾਹੁੰਦੇ ਚਲੇ ਗਏ, ਲੇਕਿਨ ਅਸੀਂ ਇसी ਬਹਿਸ ਵਿੱਚ ਪਏ ਹੋਏ ਹਾਂ ਕਿ ਔਰਤ ਜ਼ਿਆਦਾ ਸਮਝਦਾਰ ਹੈ, ਮਰਦ ਅੱਲਾਹ ਤਾਲਾ ਨੇ ਦੋਨੋਂ ਨੇ ਇਕੁਅਲ ਦਿਮਾਗ ਦਿੱਤਾ ਹੋਇਆ ਵੇ, ਲੇਕਿਨ ਚੱਲਦਾ ਕਿੱਦਾਂ ਵੇ ਇਹ ਸਾਨੂੰ ਦੇਖਣੇ ਦੀ ਜ਼ਰੂਰਤ ਹੈ। बिल्कुल 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 ਇਹ ਗੱਲ ਨਹੀਂ ਹੈ ਕਿ ਮਰਦ ਜ਼ਿਆਦਾ ਹੁੰਦਾ ਹੈ। ਬਿल्कुल बिल्कुल ਹਾਂ, ਪਰ ਜਿਹੜਾ ਕੋਸ਼ਿਸ਼ ਕਰਦਾ ਹੈ ਤੇ ਉਹਦਾ ਅਕਲ ਵੀ ਜ਼ਿਆਦਾ ਹੁੰਦਾ ਹੈ। ਬਿल्कुल ਬਿल्कुल ਇਸੇ ਤਰ੍ਹਾਂ ਵੇ। ਖੈਰ जी अल्हम्दुलिल्लाह जी, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡੇ ਪ੍ਰੋਗਰਾਮ ਦੇ ਟੌਪਿਕ ਦੇ ਕੁਝ ਹੋਰ ਕਹਿਣਾ ਚਾਹੋ? ਕਿਸੇ ਨੂੰ ਸਲਾਮ ਦੁਆ? ਬੜੀ ਮਿਹਰਬਾਨੀ, ਸਾਰੇ ਮੁਸਲਮਾਨਾਂ ਦਾ ਸਲਾਮ। ਵਾਲੇਕੁਮ अस्सलाम, खुश रहो आबाद रहो, बड़ी मेहरबानी। ਓਕੇ ਜੀ, ਬੜੀ ਸੋਹਣੀ ਗੱਲ ਕੀਤੀ ਹੈ ਸ਼ੇਰ ਬਾਈ ਨੇ। ਦੇਖੋ ਜੀ ਕਿ ਉਹਨਾਂ ਨੇ ਮਰਦ ਹੋ ਕੇ ਤੇ ਉਹਨਾਂ ਨੇ ਬੜਾ ਹੀ ਵੱਡਾ ਜਿਗਰਾ ਕੀਤਾ ਤੇ ਉਹਨਾਂ ਨੇ ਬੜੀ ਟੈਕਨੀਕਲੀ ਗੱਲ ਕੀਤੀ ਹੈ ਕਿ ਦੇਖੋ ਦਿਮਾਗ ਦੇਖੋ, ਜਿਸ ਤਰ੍ਹਾਂ ਅੱਲਾਹ ਤਾਲਾ ਨੇ ਸਾਨੂੰ ਅੱਖੀਆਂ ਦਿੱਤੀਆਂ, ਕੰਨ ਦਿੱਤੇ, ਇਸ ਤਰ੍ਹਾਂ ਮਰਦ ਨੂੰ ਵੀ ਦਿੱਤਾ ਹੋਇਆ ਵੇ। ਇਹ ਨਹੀਂ ਕਿਸੇ ਚੀਜ਼ ਦੇ ਵਿਚਕਾਰ ਕੋਈ ਚੀਜ਼ ਜ਼ਿਆਦਾ ਤੇ ਅੱਲਾਹ ਤਾਲਾ ਨੇ ਨਹੀਂ ਨਾ ਜਾਂ 3 ਅੱਖੀਆਂ ਮੈਨੂੰ ਦੇ ਦਿੱਤੀਆਂ ਹੋਣ ਤੇ ਮਰਦ ਨੂੰ 2 ਦੇ ਦਿੱਤੀਆਂ ਹੋਣ, ਜਾਂ ਮਰਦ ਨੂੰ 3 ਕੰਨ ਦੇ ਦਿੱਤੇ ਹੋਣ ਤੇ ਮੈਨੂੰ 2 ਦੇ ਦਿੱਤੇ ਹੋਣ, ਇਸਾ ਨਹੀਂਗਾ। ਲੇਕਿਨ ਦਿਮਾਗ ਵੀ ਵੈਸਾ ਹੀ ਬਣਾਇਆ ਹੋਇਆ ਵੇ, ਹਾਲਾਤ ਤੇ ਮੁਨਸਰ ਕਰਦਾ ਵੇ ਕਿ ਹਾਲਾਤ ਕੀ ਕਹਿੰਦੇ ਹਨ। ਇਨਸਾਨ ਦੀ ਬਣੇ ਹੋਈ ਗੱਲ ਕੀਤੀ ਨਾ, ਹਮੇਸ਼ਾ ਜਦੋਂ ਵੀ ਕੋਈ ਮਾਮਲਾ ਖਰਾਬ ਹੁੰਦਾ ਉਹਦੀ ਡੈਪਥ ਉਹਨੂੰ ਦੇਖੋ, ਉਹਦੀ ਰੂਟਸ ਦੇਖੋ ਕਿ ਉਹ ਰੂਟਸ ਕਿਸ ਤਰ੍ਹਾਂ ਦੀਆਂ ਹਨ, ਫਿਰ ਜਾ ਕੇ ਪਤਾ ਲੱਗਦਾ ਵੇ ਕਿ ਮਾਮਲਾ ਕਿੱਧਰ ਖਰਾਬ ਹੋਇਆ, ਟੈਕਨੀਕਲੀ ਕਿੱਧਰ ਫਾਲਟ ਆਇਆ ਵੇ। ਖੈਰ ਜੀ, ਆਪਣਾ ਫੀਡਬੈਕ ਸਾਨੂੰ ਦੇਣੇ ਦੀ ਖਾਤਰ ਆਪਣਾ ਕਾਲ ਸਾਨੂੰ ਜ਼ਰੂਰ ਕਰਨਾ। ਕਾਲ ਕਰਨੇ ਸੇ 09152541143। ਇਹਦੇ ਇਲਾਵਾ ਜੀ ਮੈਸੇਜ ਕਰਨੇ ਸੇ KPK ਆਪਣਾ ਨਾਮ, ਆਪਣਾ ਮੈਸੇਜ ਤੇ ਉਹਨੂੰ ਭੇਜ ਦਿਓ 8881 ਦੇ ਉੱਤੇ। ਮੈਂ ਮਤਾਇਰਾ ਰਿਫਤ ਤੇ ਸਾਡਾ ਪਖਤੂਨਖਵਾ ਤੁਸੀਂ ਪ੍ਰੋਗਰਾਮ ਹਿੰਦਕੋ ਦਾ ਦੇਖਦੇ ਪਿਓ, ਜੋ ਕਿ ਹਰ ਮੰਗਲ ਵਾਲੇ ਦਿਨ 2 ਸੀ 4 ਤੱਕ ਤੁਹਾਡੀ ਸਮਾਤਾਂ ਦੀ ਨਜ਼ਰ ਆਉਂਦਾ। ਇਸ ਵਕਤ ਅਸੀਂ ਫੇਸਬੁੱਕ ਲਾਈਵ ਹਾਂ ਤੇ ਜੀ ਇਸ ਵਕਤ ਫੇਸਬੁੱਕ ਲਾਈਵ ਤੋਂ ਛੁੱਟੀ ਲੈਣੇ ਦਾ ਟਾਈਮ ਆ ਗਿਆ ਵੇ ਤੇ ਜੀ ਫੇਸਬੁੱਕ ਲਾਈਵ ਸੈਸ਼ਨ ਅਸੀਂ ਇਧਰ ਕਰਸੀਆਂ ਖਤਮ ਤੇ ਜਾਸੀਆਂ ਆਪਣੀ ਰੇਡੀਓ ਫ੍ਰੀਕੁਐਂਸੀ ਦੀ ਤਰਫ ਤੇ ਆਪਣੇ ਜਿਹੜੇ ਲਿਸਨਰਸ ਹਨ ਬਾਕੀ ਉਹਨਾਂ ਵੱਲ ਜਿਹੜਾ ਵੇ ਆਪਣੀ ਤਵੱਜੋ ਕਰਸੀਆਂ ਤੇ ਆਪਣੇ ਇਸ ਮਜ਼ੇਦਾਰ ਜੀ ਟੌਪਿਕ ਨੂੰ ਅੱਗੇ ਮਜ਼ੀਦ ਲੈ ਕੇ ਜਾਸੀਆਂ ਤੇ ਮਜ਼ੀਦ ਇਹਨਾਂ ਵਾਕਿਆਤ ਨੂੰ ਵੀ ਇਨਕਲੂਡ ਕਰਸੀਆਂ ਜਿਹੜਾ ਕਿ ਅੱਜ ਮੇਰੇ ਨਾਲ ਮੌਜੂਦ ਹਨ।